दोहरा दीप सिंह होए अवतरै कूड़े कर सीरास सिख हमारे अमर सद तिनकी करी प्रकाश। वाहिगुरु जी का खालसा वाहिगुरु जी की फतेह। जुगो जुग अटल दसां पातशाहियां दी आत्मक जागदी जोत हाजरा हजूर जहरा जहूर सर्व कला भरपूर। धन धन श्री गुरु ग्रंथ साहिब जी की पावन पवित्र हजूरी च संध्या वेले दे सजे हुए दीवाना च एकत्र हो के हाजरियां भर के आप समूह माई भाई अपने जीवन दियां घड़ियां सवास गुरु लेखे लाउंदियां सफला और सकारथा करदे। नौवें पातशाह श्री गुरु तेग बहादुर साहिब जी गरीब नवाज पातशाह दे पावन पवित्र चरण कमल परसदे। तेग बहादुर सिमरिया घर नौ निध आवै धाए सब थाई होए सहाय। सतगुरु जी मेहरां दे साई हन। कलगियां वाले चोजी प्रीतम साहिबे कमाल श्री गुरु गोबिंद सिंह साहिब जी महाराज जी दे पवित्र इतिहास दे चल रही लड़ीवार कथा आप जी बहुत ही अदब सत्कार सहित सरवण कर रहे। गुरदेव ने हिंदुस्तान दे जिहड़े राजे ने छतरी ने वह भी परखे हन, ब्राह्मणां दी परख भी कीती है। ਸਾਹਿਬ ਦੀ ਪਰਖ ਦੇ ਵਿੱਚ ਇਹ ਖਰੇ ਨਹੀਂ ਉਤਰੇ, ਸੋਨੇ ਦੀ ਇੱਕ ਇੱਕ ਅਸ਼ਰਫੀ ਪਿੱਛੇ ਆਪਣਾ ਧਰਮ ਛੱਡ ਕੇ ਬਹਿ ਗਏ, ਡੋਲ ਗਏ ਨੇ। ਉਸ ਵਕਤ ਮਹਾਰਾਜ ਜੀ ਨੇ ਆਪਣੇ ਖਾਲਸੇ ਦੀ ਸਾਜਨਾ ਕੀਤੀ ਹੈ ਔਰ ਚਾਰਾਂ ਵਰਨਾਂ ਵਿੱਚੋਂ ਕਿਸੇ ਨੂੰ ਵੀ ਗੁਰੂ ਖਾਲਸੇ ਪੰਥ ਵਿੱਚ ਆਉਣ ਵਾਸਤੇ ਖੁੱਲ੍ਹਾ ਸੱਦਾ ਦੇ ਦਿੱਤਾ ਹੈ। ਔਰ ਖਾਲਸੇ ਦਾ ਇੱਕੋ ਹੀ ਵਰਨ ਹੈ ਛਤਰੀ। ਛਤਰੀ ਦਾ ਮਤਲਬ ਕੇਵਲ ਛਤਰੀਆਂ ਦੇ ਘਰੇ ਜੰਮਣ ਨਾਲ ਛਤਰੀ ਨਹੀਂ ਹੋ ਜਾਂਦਾ। ਛਤਰੀ ਦਾ ਮਤਲਬ ਹੈ ਜਿਹੜਾ ਸ਼ਸਤਰ ਧਾਰਨ ਕਰਕੇ ਜੰਗ ਦੇ ਮੈਦਾਨ 'ਚ ਲੜਨ ਦੀ ਵੀਰਤਾ ਰੱਖਦਾ ਹੈ ਔਰ ਆਪਣੇ ਕੁਸ਼ੇਤਰ ਦੀ, ਆਪਣੇ ਦੇਸ਼ ਦੀ, ਆਪਣੇ ਸਮਾਜ ਦੀ, ਆਪਣੇ ਕੁਲ ਦੀ ਰਾਖੀ ਕਰਨ ਵਾਸਤੇ ਤਿਆਰ ਬਰ ਤਿਆਰ ਰਹਿੰਦਾ, ਉਹਨੂੰ ਛਤਰੀ ਕਹਿੰਦੇ ਹਨ। ਇਸੇ ਕਰਕੇ ਸਾਹਿਬ ਕਲਗੀਧਰ ਗੁਰਦੇਵ ਨੇ ਵੀ ਆਪਣੇ ਬਾਬਤ ਇਹ ਬਚਨ ਲਿਖਿਆ, ਛਤਰੀ ਕੋ ਪੂਤ ਹੋਂ ਬਾਹਮਣ ਕੋ ਨਹਿ। ਉੱਥੇ ਮਹਾਰਾਜ ਜੀ ਨੇ ਕਿਸੇ ਜਾਤੀ ਦਾ ਜਾਂ ਕਿਸੇ ਬਰਾਦਰੀ ਦਾ ਜ਼ਿਕਰ ਨਹੀਂ ਕੀਤਾ। ਉੱਥੇ ਗੁਰਦੇਵ ਨੇ ਨੌਵੇਂ ਪਾਤਸ਼ਾਹ ਨੂੰ ਛਤਰੀ ਕਿਹਾ, ਜਿਨ੍ਹਾਂ ਨੇ ਆਪਣੇ ਧਰਮ ਦੀ ਰਾਖੀ ਵਾਸਤੇ, ਬਗਾਨਿਆਂ ਦੇ ਧਰਮ ਦੀ ਰਾਖੀ ਵਾਸਤੇ ਆਪਣੇ ਸੀਸ ਦਾ ਦਾਨ ਦੇ ਦਿੱਤਾ ਔਰ ਤਿਲਕ ਤੇ ਜੰਜੂ ਦੀ ਰਾਖੀ ਕੀਤੀ। ਗੁਰਦੇਵ ਨੇ ਖਾਲਸੇ ਨੂੰ ਸ਼ਸਤਰਧਾਰੀ ਬਣਾਇਆ ਹੈ, ਪੰਥ ਨੂੰ ਮਰਿਆਦਾ ਦ੍ਰਿੜ ਕਰਾਈ ਹੈ। ਰਹਿਣੀ ਬਹਿਣੀ ਜਿਵੇਂ ਕੋਈ ਪਿਓ ਆਪਣੇ ਪੁੱਤਰ ਨੂੰ ਛੋਟਾ ਹੁੰਦਾ ਨਾ, ਬੱਚਾ ਹੁੰਦਾ, ਉਹਨੂੰ ਸਾਰੀਆਂ ਗੱਲਾਂ ਸਮਝਾਉਂਦਾ, ਬੇਟਾ ਆਹ ਕੰਮ ਨਹੀਂ ਕਰਨਾ, ਆਹ ਕੰਮ ਜੀਵਨ ਵਿੱਚ ਧੋਖਾ ਦਿੰਦਾ ਹੈ, ਆਹ ਬੰਦਿਆਂ ਤੋਂ ਬਚ ਕੇ ਰਹਿਣਾ, ਇੱਦਾਂ ਦੇ ਲੋਕਾਂ ਤੋਂ ਬਚ ਕੇ ਰਹਿਣਾ, ਇੱਦਾਂ ਦੀ ਸੁਸਾਇਟੀ ਵਿੱਚ ਨਹੀਂ ਜਾਣਾ। ਕਲਗੀਧਰ ਜੀ ਦਾ ਖਾਲਸਾ ਪੁੱਤਰ ਹੈ ਔਰ ਖਾਲਸਾ ਮਹਾਰਾਜ ਸੱਚੇ ਪਾਤਸ਼ਾਹ ਦਾ ਸਾਹਿਬਜ਼ਾਦਾ ਹੈ ਔਰ ਆਪਣੇ ਸਾਹਿਬਜ਼ਾਦੇ ਨੂੰ, ਆਪਣੇ ਖਾਲਸੇ ਨੂੰ ਗੁਰੂ ਕਲਗੀਧਰ ਪਾਤਸ਼ਾਹ ਪਿਤਾ ਬਣ ਕੇ ਸਮਝਾਉਂਦੇ ਹੈ। ਖਾਲਸਾ ਜੀ ਪਖੰਡੀਆਂ ਦੰਭੀਆਂ ਦਾ ਸੰਗ ਨਹੀਂ ਕਰਨਾ, ਭੇਖੀਆਂ ਦੇ ਸੰਗ ਤੋਂ ਦੂਰ ਰਹਿਣਾ ਹੈ।
ਇਹ ਸਾਰੀਆਂ ਹਦਾਇਤਾਂ ਗਰੀਬ ਨਵਾਜ ਪਾਤਸ਼ਾਹ ਨੇ ਕੀਤੀਆਂ ਨੇ। ਆਓ ਸਾਹਿਬ ਕਮਾਲ ਗੁਰੂ ਕਲਗੀਧਰ ਜੀ ਦੇ ਪਵਿੱਤਰ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਈਏ, ਦਸ਼ਮੇਸ਼ ਜੀ ਦੀਆਂ ਖੁਸ਼ੀਆਂ ਦੇ ਪਾਤਰ ਬਣੀਏ, ਕਲਗੀਆਂ ਵਾਲੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਪ੍ਰਸੰਨਤਾ ਦੇ ਪਾਤਰ ਬਣੀਏ। ਗੁਰੂ ਚਰਨਾਂ ਵਿੱਚ ਹਾਜ਼ਰੀ ਲਵਾਉਂਦੇ ਆਖੀਏ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਦੀਪ ਸਿੰਘ ਹੋਏ ਅਵਤਰੈ, ਕੂੜੇ ਕਰ ਸੀਰਾਸ। ਮਹਾਰਾਜ ਜੀ ਦੇ ਬਚਨ ਨੇ ਕਿ ਮੇਰਾ ਖਾਲਸਾ ਜਿਵੇਂ ਦੀਵੇ ਦਾ ਪ੍ਰਕਾਸ਼ ਹੁੰਦਾ ਨਾ ਹਨੇਰੇ ਵਿੱਚ, ਤੇ ਹਨੇਰੇ ਨੂੰ ਚੀਰ ਕੇ ਦੂਰ ਕਰ ਦਿੰਦਾ ਹੈ, ਇੱਦਾਂ ਮੇਰੇ ਖਾਲਸੇ ਦਾ ਦੀਵੇ ਵਾਂਗੂ ਪ੍ਰਕਾਸ਼ ਹੋਵੇਗਾ ਸਾਰੇ ਅੰਧਕਾਰ ਵਿੱਚ, ਜਗਤ ਦੇ ਹਨੇਰੇ ਵਿੱਚ। ਦੀਵੇ ਨਾਲ ਤਸਬੀਹ ਕਿਉਂ ਦਿੱਤੀ ਹੈ? ਕਿਉਂਕਿ ਦੀਵਾ ਬਲਾ ਅੰਧੇਰਾ ਜਾਏ। ਜਦੋਂ ਖਾਲਸੇ ਦਾ ਪ੍ਰਕਾਸ਼ ਹੋਵੇਗਾ ਉਸ ਵਕਤ ਕੀ ਹੋਵੇਗਾ? ਜਿਵੇਂ ਦੀਵੇ ਦੇ ਜਗਦਿਆਂ ਹਨੇਰਾ ਦੂਰ ਹੋ ਜਾਂਦਾ, ਖਾਲਸੇ ਦੇ ਪ੍ਰਕਾਸ਼ ਨਾਲ ਜਿਹੜੇ ਝੂਠੇ ਰਾਜੇ ਨੇ, ਮਲੇਛ ਰਾਜੇ ਨੇ, ਉਹਨਾਂ ਦਾ ਰਾਜ ਦੂਰ ਹੋ ਜਾਏਗਾ। ਖਾਲਸੇ ਦੇ ਪ੍ਰਕਾਸ਼ਣ ਨਾਲ ਜਿਹੜੇ ਝੂਠ ਦਾ ਰਾਜ ਕਰਨ ਵਾਲੇ ਨੇ, ਝੂਠੇ ਚਰਿੱਤਰ ਵਾਲੇ ਲੋਕ ਨੇ, ਉਹਨਾਂ ਦਾ ਰਾਜ ਭਾਗ ਜਾਂਦਾ ਰਹੇਗਾ। ਸਿੱਖ ਹਮਾਰੇ ਅਮਰ ਸਦ, ਤਿਨ ਕੀ ਕਰੀ ਪ੍ਰਕਾਸ਼। ਮਹਾਰਾਜ ਜੀ ਕਹਿੰਦੇ ਮੇਰੇ ਸਿੱਖ, ਮੇਰਾ ਖਾਲਸਾ ਸਦਾ ਅਮਰ ਹੈ। ਅਮਰ ਦਾ ਮਤਲਬ ਹੁੰਦਾ ਜਿਸ ਦਾ ਕਦੇ ਵੀ ਖਾਤਮਾ ਨਹੀਂ ਹੋਵੇਗਾ, ਜਿਸ ਦਾ ਕਦੇ ਵੀ ਵਿਨਾਸ਼ ਨਹੀਂ ਹੋਵੇਗਾ। ਖਾਲਸਾ ਅਮਰ ਹੈ। ਜਦੋਂ ਕਿਹਾ ਜਾਂਦਾ ਸੀ ਵੀ ਸਿੰਘ ਸਮਾਪਤ ਹੋ ਗਏ ਨੇ, ਗਿਣਤੀ ਨਹੀਂ ਰਹੀ, ਖਤਮ ਹੋ ਗਏ ਨੇ, ਖਾਲਸੇ ਦਾ ਫਿਰ ਵੀ ਪ੍ਰਕਾਸ਼ ਹੋਇਆ। ਘੱਲੂਘਾਰਿਆਂ ਦੇ ਦੌਰਾਨ ਕਿਹਾ ਵੀ ਇਹਨਾਂ ਨੂੰ ਖਤਮ ਕਰ ਦਿਆਂਗੇ, ਮੁਕਾ ਦਿਆਂਗੇ, ਪਰ ਖਾਲਸਾ ਫਿਰ ਵੀ ਅਮਰ ਰਿਹਾ। ਸ਼ਹੀਦੀਆਂ ਹੋਈਆਂ ਪਰ ਖਾਲਸਾ ਅਮਰ ਹੈ। ਮਹਾਰਾਜ ਜੀ ਕਹਿੰਦੇ ਮੇਰਾ ਖਾਲਸਾ ਸਤ ਹੈ ਔਰ ਸदैव ਹੀ ਰਹੇਗਾ। ਇਹ ਅਮਰ ਹੈ ਔਰ ਇਹਨਾਂ ਦਾ ਪ੍ਰਕਾਸ਼ ਸਾਰੇ ਸੰਸਾਰ ਦੇ ਵਿੱਚ ਹੋਵੇਗਾ। ਏਕ ਬੇਰ ਸਤ ਗੁਰ ਕਹਿਓ, ਕਲ ਮੈਂ ਸਿੱਖੀ ਮੋਰ। ਮਹਾਰਾਜ ਗਰੀਬ ਨਵਾਜ ਜੀ ਨੇ ਇੱਕ ਦਿਨ ਬਚਨ ਕਿਹਾ, ਕਹਿਣ ਲੱਗੇ ਖਾਲਸਾ ਜੀ ਕਲੀ ਕਾਲ ਦੇ ਸਮੇਂ ਵਿੱਚ ਜਿਹੜੀ ਮੇਰੀ ਸਿੱਖੀ ਹੈ, ਜਾਂ ਜਿਹੜੇ ਮੇਰੇ ਸਿੱਖ ਸਿੱਖੀ ਦੀ ਪਾਲਣਾ ਕਰਦੇ ਨੇ, ਧਰਮ ਕਮਾਵੇਂ ਬਚੈ ਸੋ, ਸਿਦਕ ਬਿਨਾ ਸਭ ਖੋਰ। ਜਿਹੜਾ ਧਰਮ ਦੀ ਕਮਾਈ ਕਰੇਗਾ ਉਹੀ ਬਚੇਗਾ ਕਲਯੁਗ ਵਿੱਚ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਿੱਲੀ ਨਾਲ ਜੁੜੇ ਹੋਏ ਬਚੇ ਰਹਿਣਗੇ, ਬਾਕੀ ਸਭ ਦਰੜੇ ਜਾਣਗੇ। ਜਦੋਂ ਚੱਕੀ ਚੱਲਦੀ ਹੈ ਨਾ, ਤੇ ਚੱਕੀ ਦੇ ਵਿੱਚ ਇੱਕ ਕਿੱਲੀ ਹੁੰਦੀ ਹੈ, ਉਹਦੇ ਨਾਲ ਜਿਹੜਾ ਜੁੜਿਆ ਰਹੇਗਾ ਬਚਿਆ ਰਹੇਗਾ, ਜਿਹੜਾ ਪੁੜਾਂ ਥੱਲੇ ਆ ਗਿਆ ਉਹ ਦਰੜਿਆ ਜਾਏਗਾ। ਇਹ ਕਲਯੁਗ ਦੀ ਚੱਕੀ ਚੱਲ ਰਹੀ ਹੈ। ਮਹਾਰਾਜ ਜੀ ਕਹਿੰਦੇ ਇਹਦੇ ਵਿੱਚ ਉਹੀ ਬਚੇਗਾ ਜਿਹੜਾ ਧਰਮ ਨਾਲ ਜੁੜ ਕੇ ਰਹੇਗਾ, ਤੇ ਜਿਹੜਾ ਸਿਦਕ ਵਿਹੂਣਾ ਹੋਵੇਗਾ, ਸਿਦਕ ਦਾ ਤਿਆਗੀ, ਉਹਦਾ ਖੌਰ ਦਾ ਮਤਲਬ ਹੈ ਉਹਦਾ ਨਾਸ਼ ਹੋਵੇਗਾ। ਸਿਦਕ ਵਿਹੂਣੇ ਖਤਮ ਹੋ ਜਾਣਗੇ। ਪੰਗਾਣੀ ਕੇ ਖੇਤ ਮੈਂ ਜੂਝੇ ਸਿੱਖ ਬਹੁਤਾਏ। ਮਹਾਰਾਜ ਜੀ ਕਹਿੰਦੇ ਧੰਨ ਨੇ ਮੇਰੇ ਸਿੱਖ ਜਿਨ੍ਹਾਂ ਸਿਦਕ ਕਮਾਇਆ। ਉਹ ਸਿਦਕ ਕਮਾਉਣ ਵਾਲੇ ਭਾਈ ਸੰਗੋ ਸ਼ਾਹ ਵਰਗੇ, ਭਾਈ ਜੀਤ ਮੱਲ ਜੀ ਵਰਗੇ, ਜਿਨ੍ਹਾਂ ਨੇ ਭੰਗਾਣੀ ਦੇ ਜੰਗ ਦੇ ਵਿੱਚ ਜੂਝ ਕੇ ਸ਼ਹਾਦਤਾਂ ਦੇ ਜਾਮ ਪੀਤੇ ਨੇ। ਮਹਾਰਾਜ ਜੀ ਦੇ ਸਾਰੇ ਸਿੰਘ ਸਿਮਰਤੀ ਵਿੱਚ ਨੇ। ਐਸਾ ਨਹੀਂ ਕਿ ਜਿਹੜੇ ਭੰਗਾਣੀ ਵਿੱਚ ਸ਼ਹੀਦ ਹੋ ਗਏ ਤੇ ਮਹਾਰਾਜ ਜੀ ਨੂੰ ਚੇਤੇ ਨਹੀਂ। ਗੁਰਦੇਵ ਨੂੰ ਆਪਣੇ ਦਰ ਘਰ ਦਾ ਇੱਕ ਇੱਕ ਸੇਵਕ, ਇੱਕ ਇੱਕ ਸ਼ਹੀਦ ਚੇਤੇ ਹੈ। ਉਹਦੀ ਕਾਲੀ ਹੋਈ ਕਾਲਣਾ ਮਹਾਰਾਜ ਜੀ ਦੇ ਚੇਤੇ ਵਿੱਚ ਹੈ, ਸਿਮਰਤੀ ਵਿੱਚ ਹੈ। ਕਿਉਂਕਿ ਮੇਰੇ ਸਾਹਿਬ ਅਭੁੱਲ ਨੇ ਜਿਹੜੇ ਕਦੇ ਨਹੀਂ ਭੁੱਲਦੇ। ਭੁੱਲਣ ਅੰਦਰ ਅਸੀਂ ਸਾਰੇ ਜੀਵ ਹਾਂ, ਪਰ ਮੇਰੇ ਪਾਤਸ਼ਾਹ ਤਾਂ ਸਦਾ ਹੀ ਅਭੁੱਲ ਹਨ। ਕਲਗੀਆਂ ਵਾਲੇ ਪਾਤਸ਼ਾਹ ਕਹਿੰਦੇ ਧੰਨ ਨੇ ਮੇਰੇ ਸਿੱਖ ਜਿਨ੍ਹਾਂ ਨੇ ਭੰਗਾਣੀ ਦੇ ਜੰਗ ਦੇ ਵਿੱਚ ਜੂਝਣਾ ਕੀਤਾ। ਉੱਥੇ ਤਾਂ ਮਹੰਤ ਕਿਰਪਾਲ ਦਾਸ ਉਦਾਸੀ ਵਰਗਿਆਂ ਨੇ ਵੀ ਆਪਣਾ ਸਲੋਤਰ ਚਲਾਇਆ।
ਉੱਥੇ ਬੜੇ ਬੜੇ ਸੂਰਮੇ ਬਹਾਦਰ ਯੋਧੇ, ਪੀਰ ਬੁੱਧੂ ਸ਼ਾਹ ਵਰਗੇ ਸਡੋਰੇ ਦੇ ਰਹਿਣ ਵਾਲੇ ਪੀਰਾਂ ਨੇ ਵੀ ਉੱਥੇ ਆ ਕੇ ਭਾਰੀ ਜੂਝਣਾ ਕੀਤਾ ਜੰਗ ਦੇ ਮੈਦਾਨ ਵਿੱਚ। ਮੇਰੇ ਜਿਹੜੇ ਸਿੱਖ ਭੰਗਾਣੀ ਦੇ ਜੰਗ ਦੇ ਵਿੱਚ ਜੂਝੇ ਨੇ ਜਾਂ ਜਿਹੜੇ ਸ਼ਹੀਦ ਹੋਏ ਨੇ, ਸੁਖ ਭੋਗੇ ਆਨੰਦਪੁਰ ਮਾਖੋਵਾਲ ਕੇ ਮਾਏ। ਮਹਾਰਾਜ ਜੀ ਕਹਿੰਦੇ ਉਹ ਮੇਰੇ ਸਿੱਖ ਜਿਹੜੇ ਸ਼ਹੀਦ ਹੋ ਗਏ ਨੇ ਉਹ ਆਨੰਦਪੁਰ ਸਾਹਿਬ ਵਿੱਚ ਵੀ ਸੁੱਖ ਮਾਣਨਗੇ। ਜਿਹੜੇ ਉੱਥੋਂ ਬਚ ਕੇ ਆਏ ਨੇ ਉਹਨਾਂ ਨੇ ਆਨੰਦਪੁਰ ਸਾਹਿਬ ਦੇ ਵਿੱਚ ਆ ਕੇ ਸੁੱਖ ਮਾਣਿਆ। ਉਹ ਆਨੰਦਪੁਰ ਜਿਸ ਮਾਖੋਵਾਲ ਨੂੰ ਮਹਾਰਾਜ ਨੌਵੇਂ ਪਾਤਸ਼ਾਹ ਨੇ ਆਨੰਦਪੁਰ ਸਾਹਿਬ ਬਣਾਇਆ। ਆਨੰਦਪੁਰ ਸਾਹਿਬ ਦਾ ਪਹਿਲਾ ਨਾਮ ਮਾਖੋਵਾਲ ਸੀ। ਨੌਵੇਂ ਪਾਤਸ਼ਾਹ ਜੀ ਨੇ ਇਸ ਦਾ ਨਾਮ ਬਦਲ ਕੇ ਆਨੰਦਪੁਰ ਸਾਹਿਬ ਰੱਖਿਆ। ਮਹਾਰਾਜ ਜੀ ਕਹਿਣ ਲੱਗੇ ਆਨੰਦਾਂ ਦੀ ਪੁਰੀ ਹੈ। ਜਿਹੜਾ ਹੁਣ ਇਹਨੂੰ ਮਾਖੋਵਾਲ ਕਹੇਗਾ ਉਹ ਮੇਰਾ ਸਿੱਖ ਨਹੀਂ ਹੈ। ਇਹ ਜਗ੍ਹਾ ਮਹਾਰਾਜ ਜੀ ਨੇ ਮੁੱਲ ਖਰੀਦੀ ਸਾਹਿਬ ਨੌਵੇਂ ਪਾਤਸ਼ਾਹ ਨੇ। ਇਸ ਕਰਕੇ ਮਹਾਰਾਜ ਜੀ ਕਹਿੰਦੇ ਜਿਹੜੇ ਆਨੰਦਪੁਰ ਸਾਹਿਬ ਆਏ ਨੇ ਉਹ ਇੱਥੇ ਆ ਕੇ ਸੁੱਖ ਭੋਗਣਗੇ। ਪਇਓ ਯੁੱਧ ਨਾ ਦੋਣ ਮੈਂ ਗਏ ਪਹਾੜੀ ਭਾਜ। ਪਾਤਸ਼ਾਹ ਕਹਿੰਦੇ ਭੰਗਾਣੀ ਦੇ ਜੰਗ ਤੋਂ ਜਦੋਂ ਵਾਪਸ ਇੱਥੇ ਆਏ ਫਿਰ ਨਦਾਉਣ ਦਾ ਜੰਗ ਹੋਇਆ। ਨਦਾਉਣ ਦੇ ਜੰਗ ਦੇ ਵਿੱਚ ਪਹਾੜੀਏ ਭੱਜ ਗਏ ਸਨ। ਕਿਰਪਾਲ ਕਟੋਚੀਏ ਵਰਗੇ ਜਿਹੜੇ ਸਨ ਇਹ ਮੀਆਂ ਖਾਨ ਜੰਮੂ ਆਦਿਕ ਨੂੰ ਆਪਣੇ ਨਾਲ ਲੈ ਕੇ ਆਏ ਤੋ ਕਹਿੰਦੇ ਨਦਾਉਣ ਦੇ ਜੰਗ ਦੇ ਵਿੱਚ ਉਹ ਪਹਾੜੀਏ ਭੱਜ ਗਏ। ਆਏ ਤੁਰਕ ਲਾਹੌਰ ਤੇ ਨੌਰੰਗ ਗੁਲਾਮੀ ਪਾਰ। ਫਿਰ ਲਾਹੌਰ ਤੋਂ ਚੜ ਕੇ ਆਏ ਗੁਲਾਮ ਹੁਸੈਨੀ ਵਗੈਰਾ ਜਿਹੜੇ ਸਨ, ਜਿਹੜੇ ਨੌਰੰਗੇ ਦੇ ਚੇਲੇ ਸਨ, ਉਹ ਆਏ ਚੱਲ ਕੇ ਉਹਨਾਂ ਨੇ ਆ ਕੇ ਹਮਲਾ ਕੀਤਾ। ਉਹਨਾਂ ਨਾਲ ਕਹਿੰਦੇ ਫਿਰ ਪਹਾੜੀਆਂ ਦਾ ਜੰਗ ਹੋਇਆ। ਰਾਜੇ ਫੂਟੇ ਆਪ ਮੈਂ ਮਰਿਓ ਤੁਰਕ ਸਰਦਾਰ। ਔਰ ਰਾਜਿਆਂ ਦੀ ਆਪਸੀ ਫੁੱਟ ਪੈ ਗਈ। ਜਿਹੜੇ ਤੁਰਕਾਂ ਦੇ ਸਰਦਾਰ ਸਨ ਜੰਗ ਦੇ ਮੈਦਾਨ ਵਿੱਚ ਮਾਰੇ ਗਏ। ਹਮੇ ਬਚਾਇਓ ਹਾਥ ਦੇ ਸੋ ਮਾਰੇ ਕਰਤਾਰ। ਸਾਨੂੰ ਵਾਹਿਗੁਰੂ ਨੇ ਆਪਣਾ ਹੱਥ ਦੇ ਕੇ ਬਚਾਇਆ ਤੇ ਕਰਤਾਰ ਨੇ ਉਹਨਾਂ ਜਿਹੜੇ ਉਹ ਹੁਸੈਨੀ ਵਰਗੇ ਗੁਲਾਮ ਸਨ ਚੜ ਕੇ ਆਏ ਉਹ ਮਾਰ ਦਿੱਤੇ। ਲਖਣੋ ਤੀਕੇ ਗੁਮਪੁਰ ਭਏ ਜੁੱਧ ਸਭ ਸੁਧ। ਲਖਣ ਉਨਤ ਇਹ ਦੋ ਪਿੰਡ ਹਨ ਜਿਹਨੂੰ ਲਖਨੋ ਤਾਰਾਪੁਰ ਵੀ ਕਿਹਾ ਜਾਂਦਾ ਹੈ, ਜਿੱਥੇ ਕਿਲ੍ਹਾ ਤਾਰਾਗੜ੍ਹ ਸਾਹਿਬ ਹੈ ਉਸ ਇਲਾਕੇ ਦਾ। ਦੂਸਰਾ ਅਗੰਮਪੁਰਾ ਸਾਹਿਬ ਹੈ, ਅਗੰਮਗੜ੍ਹ ਵੀ ਜਿਸ ਨੂੰ ਕਹਿ ਦਿੰਦੇ ਹਨ। ਕਹਿੰਦੇ ਮਹਾਰਾਜ ਜੀ ਕਹਿੰਦੇ ਇੱਥੇ ਵੀ ਯੁੱਧ ਹੋਇਆ। ਤਾਰਾਗੜ੍ਹ ਦੇ ਇਲਾਕੇ 'ਚ ਵੀ ਯੁੱਧ ਹੋਇਆ, ਅਗੰਮਪੁਰੇ ਵੀ ਅਗੰਮਗੜ੍ਹ ਵਿਖੇ ਵੀ ਯੁੱਧ ਹੋਇਆ। ਉੱਥੇ ਵੀ ਵਾਹਿਗੁਰੂ ਪਰਮੇਸ਼ਰ ਨੇ ਸਾਡੀ ਰੱਖਿਆ ਕੀਤੀ। ਦਿੱਲੀ ਪਤੀ ਕੀ ਫੌਜ ਚੜ ਮਾਰੇ ਤੁਰਕਨ ਬ੍ਰਿਧ। ਦਿੱਲੀ ਪਤੀ ਔਰੰਗੇ ਦੀ ਫੌਜ ਚੜ ਕੇ ਆਈ ਔਰ ਉਹਨਾਂ ਤੁਰਕਾਂ ਦਾ ਨਾਸ਼ ਕੀਤਾ, ਉਹਨਾਂ ਤੁਰਕਾਂ ਦਾ ਵੱਧ ਕੀਤਾ ਜੰਗ ਦੇ ਮੈਦਾਨ ਵਿੱਚ। ਬੜੇ ਯੁੱਧ ਕਰ ਖਾਲਸਾ ਜੀਤੇ ਸ਼ਤਰੂ ਉਦਾਰ। ਇਸ ਤਰ੍ਹਾਂ ਮੇਰੇ ਖਾਲਸੇ ਨੇ ਵੱਡੇ ਵੱਡੇ ਯੁੱਧ ਕਰਕੇ ਨਦਾਉਣ ਦਾ ਜੰਗ ਲੜਿਆ, ਭੰਗਾਣੀ ਦਾ ਲੜਿਆ, ਫਿਰ ਆਨੰਦਪੁਰ ਸਾਹਿਬ ਦਾ ਵੱਡਾ ਜੰਗ ਲੜਿਆ, ਛੋਟੇ ਕਈ ਜੰਗ ਲੜੇ। ਮਹਾਰਾਜ ਜੀ ਕਹਿੰਦੇ ਮੇਰੇ ਖਾਲਸੇ ਨੇ ਯੁੱਧ ਕਰਕੇ ਜੰਗ ਕਰਕੇ ਦੁਸ਼ਮਣਾਂ ਦੇ ਉੱਤੇ ਜਿੱਤ ਪ੍ਰਾਪਤ ਕੀਤੀ ਹੈ। ਜੀਤ ਖਾਲਸਾ ਕੁਲ ਨਾਸ਼ ਕਰ ਸੀਸ ਦੀਏ ਧਰਮਕਾਰ। ਮੇਰਾ ਖਾਲਸਾ ਜਿੱਤਿਆ, ਏਦਾਂ ਹੀ ਨਹੀਂ ਜਿੱਤਿਆ। ਮੇਰੇ ਖਾਲਸੇ ਦੇ ਬਹੁਤ ਸੂਰਬੀਰ ਬਹਾਦਰ ਯੋਧਿਆਂ ਨੇ ਆਪਣਾ ਸਾਰਾ ਕੁਝ ਕੁਰਬਾਨ ਕਰ ਦਿੱਤਾ। ਕੁਲ ਨਾਸ਼ ਦਾ ਮਤਲਬ ਆਪਣਾ ਸਾਰਾ ਕੁਝ ਕੁਰਬਾਨ ਕਰਕੇ, ਆਪਣੇ ਸੀਸ ਦੇ ਕਰਕੇ ਧਰਮ ਦੇ ਵਾਸਤੇ ਤਿਨਾਂ ਯੋਧਿਆਂ ਨੇ ਜੰਗ ਦੇ ਮੈਦਾਨ ਵਿੱਚ ਸ਼ਹੀਦੀਆਂ ਪ੍ਰਾਪਤ ਕਰਕੇ ਖਾਲਸੇ ਦੀ ਜਿੱਤ ਕੀਤੀ ਹੈ, ਪੰਥ ਦੀ ਜਿੱਤ ਕੀਤੀ ਹੈ। ਅਬ ਭੀ ਮਲੇਛੀ ਬੋਵਦੀ ਸਿੰਘ ਖਪਾਵੇਂ ਵੀਰ। ਮਹਾਰਾਜ ਜੀ ਕਹਿੰਦੇ ਪਹਿਲਾਂ ਖਾਲਸੇ ਨੇ ਬਹੁਤ ਯੁੱਧ ਲੜੇ ਨੇ, ਪਰ ਹੁਣ ਆਉਣ ਵਾਲੇ ਸਮੇਂ ਵਿੱਚ ਵੀ ਖਾਲਸੇ ਨੇ ਬਹੁਤ ਯੁੱਧ ਲੜਦੇ ਹਨ, ਕਿਉਂਕਿ ਇਹ ਮਲੇਛ ਬਹੁਤ ਜ਼ਿਆਦਾ ਵਧੇ ਹੋਏ ਨੇ। ਇਹ ਸਹਿਜੇ ਸਹਿਜੇ ਕਰਕੇ ਖਾਲਸੇ ਨੇ ਖਪਾਉਣੇ ਨੇ, ਇਹਨਾਂ ਦਾ ਨਾਸ਼ ਕਰਨਾ ਹੈ। ਮੇਰੀ ਸਿੱਖਿਆ 7 ਲੱਖ ਨਾਏ ਭੁਲਾਵੋ ਧੀਰ। ਮਹਾਰਾਜ ਜੀ ਕਹਿੰਦੇ ਹੈ ਖਾਲਸਾ ਜੀ ਮੇਰੀ ਸਿੱਖਿਆ ਨੂੰ 7 ਕਰਕੇ ਜਾਣਿਓ।
ਹੇ ਧੀਰਜੀ ਯੋਧਿਓ, ਮੇਰੀ ਸਿੱਖਿਆ ਨੂੰ ਕਦੇ ਆਪਣੇ ਹਿਰਦੇ ਚੋਂ ਭੁਲਾਇਓ ਨਾ। ਕਲਗੀਧਰ ਜੀ ਮਹਾਰਾਜ ਆਪਣੇ ਖਾਲਸੇ ਨੂੰ ਸੰਬੋਧਨ ਕਰਕੇ ਕਹਿ ਰਹੇ ਨੇ, ਖਾਲਸਾ ਜੀ, ਜੋ ਸਿੱਖਿਆ ਅਸਾਂ ਨੇ ਤੁਹਾਨੂੰ ਦਿੱਤੀ ਹੈ, ਇਸ ਸਿੱਖਿਆ ਨੂੰ ਸੱਤ ਕਰਕੇ ਜਾਣਿਓ। ਇਹ ਸਿੱਖਿਆ ਸੱਤ ਹੈ, ਇਸ ਨੂੰ ਸੱਤ ਕਰਕੇ ਜਾਣਿਓ। ਇਸ ਨੂੰ ਆਪਣੇ ਹਿਰਦੇ ਚੋਂ ਨਾ ਤਿਆਗਿਓ, ਇਸ ਸਿੱਖਿਆ ਦਾ ਕਦੇ ਪ੍ਰਤਿਆਗ ਨਾ ਕਰਿਓ, ਔਰ ਸदैवी ਤੌਰ ਤੇ ਇਸ ਸਿੱਖਿਆ ਨੂੰ ਆਪਣੇ ਹਿਰਦੇ 'ਚ ਧਾਰਨ ਕਰਕੇ ਰੱਖਿਓ। ਇਹ ਗੁਰੂ ਕੀ ਸਿੱਖਿਆ ਹੈ, ਇਹ ਸੱਤ ਹੈ, ਸदैवी ਹੈ। ਸੰਸਾਰੀ ਲੋਕ ਨਾਸ਼ਵਾਨ ਨੇ, ਉਹਨਾਂ ਦੀਆਂ ਦਿੱਤੀਆਂ ਸਿੱਖਿਆਵਾਂ ਵੀ ਉਹਨਾਂ ਨਾਲ ਨਸ਼ਟ ਭ੍ਰਸ਼ਟ ਹੋ ਜਾਂਦੀਆਂ ਹਨ। ਗੁਰੂ ਸदैवी ਹੈ, ਔਰ ਸदैवी ਗੁਰੂ ਦੀ ਸਿੱਖਿਆ ਵੀ ਸਮਾਜ ਲਈ ਸदैवी ਹੁੰਦੀ ਹੈ। ਸदैवी ਗੁਰੂ ਦੀ ਸਿੱਖਿਆ ਵੀ ਸੰਸਾਰ ਲਈ, ਲੋਕਾਂ ਲਈ ਸदैवी ਹੁੰਦੀ ਹੈ। ਮਹਾਰਾਜ ਜੀ ਕਹਿੰਦੇ, ਮੇਰਾ ਖਾਲਸਾ ਧੀਰਗ ਸਹਿਤ ਰਹੇ, ਔਰ ਗੁਰੂ ਕੀ ਸਿੱਖਿਆ ਨੂੰ ਆਪਣੇ ਹਿਰਦੇ 'ਚ ਚੇਤੇ ਰੱਖਣਾ, ਸੱਤ ਕਰਕੇ ਜਾਣਨਾ, ਔਰ ਕਦੇ ਇਸ ਸਿੱਖਿਆ ਨੂੰ ਨਹੀਂ ਭੁਲਾਉਣਾ। ਸਿੱਖ ਹਮਾਰੇ ਹੋਏਂਗੇ, ਘਰ ਘਰ ਹੋਏਗਾ ਰਾਜ। ਮਹਾਰਾਜ ਜੀ ਵੇਖੋ ਕਿਹੋ ਜੀ ਖਾਲਸੇ ਨੂੰ ਬਿਰਤੀ ਪ੍ਰਦਾਨ ਕਰ ਰਹੇ ਨੇ। ਮਹਾਰਾਜ ਜੀ ਕਹਿੰਦੇ, ਮੇਰੇ ਸਿੱਖ ਬੇਅੰਤ ਹੋਣਗੇ, ਘਰ ਘਰ ਦੇ ਵਿੱਚ ਖਾਲਸੇ ਦਾ ਰਾਜ ਹੋਵੇਗਾ। ਘਰ ਘਰ ਵਿੱਚ ਬੇਅੰਤ ਹੋਣਗੇ ਮੇਰੇ ਸਿੱਖ, ਘਰ ਘਰ 'ਚ ਸਿੱਖ ਹੋਣਗੇ, ਤੇ ਘਰ ਘਰ ਦੇ ਵਿੱਚ ਖਾਲਸੇ ਦਾ ਰਾਜ ਹੋਵੇਗਾ। ਤਾਂ ਪੀਛੇ ਇੱਕ ਸਿੱਖ ਮਮ ਧਰੇ ਪੰਥ ਕੀ ਲਾਜ। ਮਹਾਰਾਜ ਜੀ ਕਹਿੰਦੇ, ਪੰਥ ਦੇ ਜੰਗਾਂ ਯੁੱਧਾਂ ਦਾ ਵੇਲਾ ਜਦੋਂ ਸਮਾਪਤ ਹੋਵੇਗਾ, ਤਾਂ ਮੇਰਾ ਇੱਕ ਸਿੱਖ ਹੋਵੇਗਾ ਜਿਹੜਾ ਪੰਥ ਦਾ ਰਾਜ ਕਾਇਮ ਕਰੇਗਾ ਤੇ ਪੰਥ ਦੀ ਲਾਜ ਰਹੇਗੀ। ਉਹ ਕਿਹੜਾ ਸਿੱਖ ਹੋਵੇਗਾ? ਮਹਾਰਾਜ ਜੀ ਇਸ਼ਾਰਾ ਕਰ ਰਹੇ ਨੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵੱਲ। ਮਹਾਰਾਜ ਜੀ ਕਹਿੰਦੇ, ਮੇਰਾ ਪੰਥ ਜਦੋਂ ਘਾਲਣਾਵਾਂ ਘਾਲੇਗਾ, ਮਿਸਲਾਂ ਦਾ ਵੇਲਾ ਆਵੇਗਾ, ਦੌਰ ਆਵੇਗਾ, ਜੰਗ ਯੁੱਧ ਹੋਣਗੇ, ਘੱਲੂਘਾਰੇ ਹੋਣਗੇ। ਮਹਾਰਾਜ ਜੀ ਨੇ ਪੰਥ ਨੂੰ ਪਹਿਲਾਂ ਹੀ ਦੱਸ ਦਿੱਤੀ ਹੈ ਜੋ ਆਉਣ ਵਾਲੇ ਸਮੇਂ ਵਿੱਚ ਵਰਤਣਾ। ਪਾਤਸ਼ਾਹ ਕਹਿੰਦੇ, ਫਿਰ ਇੱਕ ਮੇਰਾ ਸਿੱਖ ਹੋਵੇਗਾ ਜਿਹੜਾ ਮਿਸਲਾਂ ਨੂੰ ਇਕੱਠਿਆਂ ਕਰ ਦੇਗਾ, ਔਰ ਜੰਗ ਯੁੱਧ ਕਰਕੇ ਖਾਲਸੇ ਦਾ ਰਾਜ ਸਥਾਪਿਤ ਕਰੇਗਾ। ਹਾਂਜੀ। ਬਹੁਤ ਬਰਖ ਬੀਤੇ ਲੜਤ, ਸਭ ਸਿੱਖਨ ਕੋ ਭੂਪ। ਸਿੱਧਾ ਰਾਜਾ ਨਹੀਂ ਬਣ ਜਾਏਗਾ ਉਹਨੂੰ ਵੀ ਪਹਿਲਾਂ ਕਈ ਸਾਲ ਲੜਦਿਆਂ ਬਤੀਤ ਕਰਨੇ ਪੈਣੇ। ਉਹਨੂੰ ਵੀ ਕਈ ਸਾਲ ਪਹਿਲਾਂ ਲੜਦਿਆਂ ਬਤੀਤ ਕਰਨੇ। ਮਹਾਰਾਜਾ ਰਣਜੀਤ ਸਿੰਘ ਸਿੱਧੇ ਤਾਂ ਨਹੀਂ ਰਾਜੇ ਹੋ ਗਏ, ਉਹਨਾਂ ਨੇ ਵੀ ਕਈ ਜੰਗ ਲੜੇ। ਜੰਗ ਲੜਦਿਆਂ ਲੜਦਿਆਂ ਫਿਰ ਉਹ ਰਾਜੇ ਬਣੇ, ਸਿੱਖਾਂ ਦੇ ਰਾਜੇ ਬਣ ਕੇ, ਬਾਦਸ਼ਾਹ ਬਣ ਕੇ ਸਿੱਖਾਂ ਦੇ ਸਨਮੁਖ ਆਏ। ਗੁਰੂ ਸਾਹਿਬ ਜੀ ਨੇ ਬਚਨ ਕੀਤੇ ਹੋਏ, ਕਲਗੀਆਂ ਵਾਲੇ ਪਾਤਸ਼ਾਹ ਦੇ ਬਚਨਾਂ ਨਾਲ ਰਾਜ ਪ੍ਰਾਪਤ ਹੋਇਆ। ਖਾਲਸਾ ਜਦੋਂ ਵੱਡਾ ਘੱਲੂਘਾਰਾ ਹੋਇਆ ਨਾ, ਆ ਫਰਵਰੀ ਦੇ ਮਹੀਨੇ 'ਚ ਦਿਨ ਆਉਂਦਾ ਹੈ, ਕੋਪਰਹੀੜ ਦੇ ਮੈਦਾਨ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਬਜ਼ੁਰਗ ਦਾਦਾ ਚੜਤ ਸਿੰਘ ਸ਼ੁਕਰ ਚੱਕੀਆ। ਚੜਤ ਸਿੰਘ ਇਹੋ ਜੀ ਬਹਾਦਰੀ ਨਾਲ ਲੜਿਆ, ਬੰਦੂਕ ਬੜੀ ਵਧੀਆ ਚਲਾਉਂਦਾ ਸੀ। ਉਹਦੇ ਨਾਲ ਉਹਦਾ ਇੱਕ ਗੋਲਾ ਸੀ ਜਿਹੜਾ ਬੰਦੂਕ ਭਰ ਕੇ ਦਿੰਦਾ ਸੀ। ਉਹਨੇ ਇੱਕ ਗੋਲੀ ਚਲਾਉਣੀ, ਉਹਨੇ ਦੂਜੀ ਭਰ ਕੇ ਬੰਦੂਕ ਦੇ ਦੇਣੀ, ਦੂਜੀ ਚਲਾਉਣੀ, ਫਿਰ ਉਹਨੇ ਜਿਹੜੀ ਪਹਿਲੀ ਖਾਲੀ ਹੋਣੀ ਉਹ ਭਰ ਕੇ ਦੇ ਦੇਣੀ। ਚੜਤ ਸਿੰਘ ਨੇ ਇੰਨੀਆਂ ਗੋਲੀਆਂ ਦਾਗੀਆਂ, ਜਿਹੜਾ ਵਹੀਰ ਸੀ ਨਾ ਪੰਥ ਦਾ, ਬੱਚੇ ਸਨ, ਬਜ਼ੁਰਗ ਸਨ, ਮਾਈਆਂ ਇਸਤਰੀਆਂ, ਉਹ ਵਹੀਰ ਜਿਹੜੀ ਸੀ ਉਹ ਚੜਤ ਸਿੰਘ ਸ਼ੁਕਰ ਚੱਕੀਏ ਦੀ ਜ਼ਿੰਮੇਵਾਰੀ ਸੀ ਕਿ ਇਸ ਵਹੀਰ ਨੂੰ ਤੂੰ ਰੱਖਿਆ ਕਰਕੇ ਟਿਕਾਣੇ ਤੇ ਪਹੁੰਚਾਉਣਾ। ਤੇ ਚੜਤ ਸਿੰਘ ਨੇ ਜਦੋਂ ਗੋਲੀਆਂ ਦਾਗੀਆਂ, ਵੈਰੀਆਂ ਨੂੰ ਨੇੜੇ ਨਾ ਲੱਗਣ ਦੇਵੇ, ਤਾਂ ਉਸ ਵੇਲੇ ਜਿਹੜੇ ਵਹੀਰ ਵਿੱਚ ਬਜ਼ੁਰਗ ਸਿੰਘ ਸਨ, ਖਾਲਸਾ ਸੀ, ਉਹਨਾਂ ਨੇ ਉਸ ਵੇਲੇ ਚੜਤ ਸਿੰਘ ਨੂੰ ਵਰ ਦਿੱਤਾ। ਆਖਿਆ, ਚੜਤ ਸਿੰਘ ਤੇਰੀ ਕੁੱਲ ਦੇ ਵਿੱਚ ਰਾਜ ਹੋਵੇਗਾ, ਬਾਦਸ਼ਾਹੀਆਂ ਹੋਣਗੀਆਂ। ਉਹ ਪੰਥ ਦਾ ਬਚਨ ਹੀ ਸਫਲ ਹੋਇਆ ਸੀ, ਜਿਸ ਦੇ ਸਫਲਤਾ ਦੇ ਬਾਅਦ ਇਹਦੇ ਪੋਤਰੇ ਨੂੰ ਸ਼ੇਰੇ ਪੰਜਾਬ ਰਣਜੀਤ ਸਿੰਘ ਨੂੰ ਰਾਜ ਪ੍ਰਾਪਤ ਹੋਇਆ ਖਾਲਸੇ ਦੇ ਵਰ ਨਾਲ। ਬਚਨ ਤਾਂ ਕਲਗੀਆਂ ਵਾਲੇ ਪਾਤਸ਼ਾਹ ਨੇ ਵੀ ਕੀਤੇ ਨੇ, ਪਰ ਜਿਹੜਾ ਸਮੁੱਚਾ ਖਾਲਸਾ ਪੰਥ ਬਚਨ ਕਰ ਦੇਵੇ, ਉਹ ਬਚਨ ਵੀ ਗੁਰੂ ਕਲਗੀਧਰ ਦਾ ਬਚਨ ਹੈ, ਕਿਉਂਕਿ ਖਾਲਸੇ ਵਿੱਚ ਕਲਗੀਧਰ ਜੀ ਨਿਵਾਸ ਕਰਦੇ ਹਨ। ਮਹਾਰਾਜ ਜੀ ਇਸ਼ਾਰਾ ਕਰ ਰਹੇ ਨੇ, ਕਹਿੰਦੇ ਉਹਨੂੰ ਵੀ ਲੜਦਿਆਂ ਪਹਿਲਾਂ ਕੁਝ ਸਮਾਂ ਬੀਤੇਗਾ, ਤੇ ਜਦੋਂ ਬਹੁਤ ਸਮਾਂ ਬੀਤੇਗਾ ਫਿਰ ਉਹ ਸਿੱਖਾਂ ਦਾ ਭੂਪ ਸਦਾਵੇਗਾ, ਸਿੱਖਾਂ ਦਾ ਰਾਜਾ ਸਦਾਵੇਗਾ।
ਸ਼ੇਰੇ ਪੰਜਾਬ ਰਣਜੀਤ ਸਿੰਘ ਦਾ ਰਾਜ ਕਿਵੇਂ ਕਾਇਮ ਹੋਇਆ, ਕਿਵੇਂ ਕਿਵੇਂ ਉਹਨਾਂ ਨੇ ਰਾਜ ਕੀਤਾ, ਫਿਰ ਉਹ ਰਾਜ ਗਿਆ ਵੀ ਕਿਵੇਂ, ਉਹ ਕਥਾ ਗਿਆਨੀ ਗਿਆਨ ਸਿੰਘ ਜੀ ਨੇ ਪੰਥ ਪ੍ਰਕਾਸ਼ ਵਿੱਚ ਲਿਖੀ ਹੈ, ਬੜੇ ਵਿਸਥਾਰ ਸਹਿਤ। ਸੋਹਣ ਸਿੰਘ ਸ਼ੀਤਲ ਜੀ ਨੇ ਲਿਖੀ ਹੈ ਰਾਜ ਗਿਆ ਕਿਵੇਂ, ਪ੍ਰਾਪਤ ਕਿਵੇਂ ਹੋਇਆ, ਬਣਿਆ ਕਿਵੇਂ ਤੇ ਗਿਆ ਕਿਵੇਂ। ਦੋ ਪੁਸਤਕਾਂ ਨੇ, ਉਹ ਪੜ੍ਹਨੀਆਂ ਚਾਹੀਦੀਆਂ ਨੇ। ਮਹਾਰਾਜ ਜੀ ਕਹਿਣ ਲੱਗੇ ਉਹਨੂੰ ਵੀ ਲੜਦਿਆਂ ਸਮਾਂ ਬੀਤੇਗਾ, ਫਿਰ ਉਹ ਰਾਜਾ ਹੋਵੇਗਾ, ਉਹਨੂੰ ਬਾਦਸ਼ਾਹੀ ਪ੍ਰਾਪਤ ਹੋਵੇਗੀ, ਉਹ ਸਿੱਖਾਂ ਦਾ ਰਾਜਾ ਸਦਾਵੇਗਾ। ਤੇਜਵਾਨ ਰਾਜੇ ਅਧਿਕ ਹੋਵੇਂ ਖਾਲਸਾ ਰੂਪ। ਰਣਜੀਤ ਸਿੰਘ ਨੂੰ ਜਦੋਂ ਕੋਈ ਕਹਿੰਦਾ ਸੀ ਨਾ ਮਹਾਰਾਜਾ ਰਣਜੀਤ ਸਿੰਘ, ਤਾਂ ਉਹ ਟੋਕ ਦਿੰਦਾ ਸੀ ਮੈਨੂੰ ਮਹਾਰਾਜਾ ਨਾ ਕਹੋ, ਮਹਾਰਾਜ ਕਲਗੀਆਂ ਵਾਲੇ ਪਾਤਸ਼ਾਹ ਨੇ। ਉਹਨੇ ਆਖਣਾ ਮੈਨੂੰ ਸਿੰਘ ਸਾਹਿਬ ਦੇ ਨਾਂ ਨਾਲ ਸੰਬੋਧਨ ਕਰੋ। ਸਿੰਘ ਸਾਹਿਬ ਰਣਜੀਤ ਸਿੰਘ ਆਪਣੇ ਆਪ ਨੂੰ ਸਿੰਘ ਸਾਹਿਬ ਕਹਾਣਾ ਬੜਾ ਪਸੰਦ ਕਰਦਾ ਸੀ ਰਣਜੀਤ ਸਿੰਘ। ਮਹਾਰਾਜਾ ਕਹਾਣਾ ਮਹਾਰਾਜਾ ਵੀ ਕਿਹਾ ਜਾਂਦਾ ਸੀ, ਪਰ ਉਹ ਮਹਾਰਾਜਾ ਨਹੀਂ ਸਨ ਸਦਾਉਂਦੇ। ਉਹਨਾਂ ਨੂੰ ਖੁਸ਼ੀ ਹੁੰਦੀ ਸੀ ਜਦੋਂ ਉਹਨਾਂ ਨੂੰ ਕੋਈ ਸਿੰਘ ਸਾਹਿਬ ਕਹਿ ਕੇ ਸੰਬੋਧਨ ਕਰਦਾ ਸੀ। ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਨੇ ਬਖਸ਼ਿਸ਼ਾਂ ਕੀਤੀਆਂ, ਕਹਿੰਦੇ ਹੋਰ ਵੀ ਬਹੁਤ ਮੇਰੇ ਜਿਹੜੇ ਰਾਜੇ ਨੇ ਤੇਜਵਾਨ ਤਜਸਬੀ ਹੋਣਗੇ, ਉਹਨਾਂ ਦੀਆਂ ਰਿਆਸਤਾਂ ਕਾਇਮ ਹੋਣਗੀਆਂ। ਤੇ ਸਿੱਖ ਰਾਜੇ ਕਿਤਨੇ ਹੋਏ, ਉਧਰ ਫਰੀਦਕੋਟ ਦੇ ਇਲਾਕੇ ਦੇ ਰਾਜੇ, ਇੱਧਰ ਪਟਿਆਲੇ ਦੇ, ਨਾਭੇ ਦੇ, ਜੀਂਦ ਦੇ, ਇੱਧਰ ਫਿਰ ਘਰਾਣੇ ਕਿੰਨੇ ਹੋਏ, ਸਿੱਖ ਘਰਾਣੇ, ਸਿੱਖ ਰਿਆਸਤਾਂ, ਸਿੱਖ ਘਰਾਣੇ, ਚਾਹੇ ਉਹ ਕਲਸੀਆਂ ਦਾ ਘਰਾਣਾ ਹੈ, ਇੱਦਾਂ ਬਹੁਤ ਸਾਰੇ ਘਰਾਣੇ ਵੀ ਸਿੱਖਾਂ ਦੇ। ਮਹਾਰਾਜ ਜੀ ਨੇ ਸਭ ਨੂੰ ਇਹ ਬਚਨ, ਰਾਜ ਜਿੰਨਿਆਂ ਨੂੰ ਵੀ ਪ੍ਰਾਪਤ ਹੋਇਆ ਮਹਾਰਾਜ ਜੀ ਦੇ ਬਚਨਾਂ ਨਾਲ ਹੀ ਪ੍ਰਾਪਤ ਹੋਇਆ। ਮਹਾਰਾਜ ਜੀ ਕਹਿੰਦੇ ਹੋਰ ਵੀ ਬਹੁਤ ਸਾਰੇ ਸਿੱਖ ਰਾਜੇ ਹੋਣਗੇ। ਫਿਰ ਪੀਛੇ ਬਹੁਤ ਦਿਨੋਂ ਤੇ ਰਾਜ ਖਾਲਸਾ ਠਹਿਰ। ਜਦੋਂ ਰਣਜੀਤ ਸਿੰਘ ਦਾ ਰਾਜ ਕਾਇਮ ਹੋਵੇਗਾ, ਕੁਝ ਸਮਾਂ ਖਾਲਸੇ ਦਾ ਰਾਜ ਠਹਿਰੇਗਾ, ਕੁਝ ਸਮਾਂ ਖਾਲਸਾ ਰਾਜ ਕਰੇਗਾ। ਪਸ਼ਚਮ ਜੀਤੇ ਪਰਬਤੀ ਪੁਨ ਕਸ਼ਮੀਰ ਜੋ ਸ਼ਹਿਰ। ਪੱਛਮ ਦੇ ਸਾਰੇ ਇਲਾਕੇ ਨੂੰ ਮੇਰਾ ਖਾਲਸਾ ਜਿੱਤੇਗਾ, ਚਾਹੇ ਉਹ ਮੁਲਤਾਨ ਦਾ ਇਲਾਕਾ ਹੈ, ਪੇਸ਼ਾਵਰ ਦਾ ਇਲਾਕਾ ਹੈ, ਇਹ ਧੰਨੀ ਖੇਪ ਦਾ ਇਲਾਕਾ ਹੈ, ਉਹ ਪਰੇ ਕਾਬਲ ਤੱਕ, ਅਫਗਾਨਿਸਤਾਨ ਤੱਕ। ਮਹਾਰਾਜ ਜੀ ਕਹਿੰਦੇ ਮੇਰੇ ਖਾਲਸੇ ਦੇ ਤਾਬਿਆਂ ਹੋਣਗੇ ਸਾਰੇ ਇਲਾਕੇ। ਫਿਰ ਇੱਧਰ ਕਸ਼ਮੀਰ ਦਾ ਜਿਤਨਾ ਇਲਾਕਾ ਹੈ ਪਹਾੜੀ ਰਿਆਸਤਾਂ ਦਾ, ਇਹ ਵੀ ਮੇਰੇ ਖਾਲਸੇ ਦੇ ਅਧੀਨ ਹੋਵੇਗਾ, ਇੱਥੇ ਵੀ ਖਾਲਸੇ ਦੇ ਬੋਲ ਬਾਲੇ ਹੋਣਗੇ। ਹੁਕਮੀ ਸਿੱਖ ਅਰ ਪਰਬਤੀ ਕਰੇ ਖਾਲਸਾ ਦਰੋਹ। ਮਹਾਰਾਜ ਪਾਤਸ਼ਾਹ ਕਹਿਣ ਲੱਗੇ ਮੇਰੇ ਹੁਕਮੀ ਸਿੱਖ ਹੋਣਗੇ, ਤੇ ਜਿਹੜੇ ਪਰਬਤੀ ਨੇ, ਪਹਾੜੀਏ ਨੇ, ਇਹ ਮੇਰੇ ਖਾਲਸੇ ਨਾਲ ਦਰੋਹ ਰੱਖਣਗੇ, ਇਹ ਮੇਰੇ ਖਾਲਸੇ ਨਾਲ ਵੈਰ ਵਿਰੋਧ ਦੀ ਬਿਰਤੀ ਰੱਖਣਗੇ। ਮਾਰ ਮਾਰ ਕਰ ਮਰੈ ਗੋ ਜਿਉ ਓਲੇ ਕੋ ਬੋਹ। ਇਹਨਾਂ ਨੂੰ ਮਾਰ ਮਾਰ ਕੇ ਖਾਲਸਾ ਸੋਧੇਗਾ, ਇਹਨਾਂ ਪਹਾੜੀਆਂ ਨੂੰ। ਕਹਿੰਦੇ ਜਿਵੇਂ ਓਲੇ ਗਲਦੇ ਆ ਨਾ, ਏਦਾਂ ਕਹਿੰਦੇ ਗੜਿਆਂ ਵਾਂਗੂ, ਓਲਿਆਂ ਵਾਂਗੂ ਇਹ ਗਲ ਜਾਣਗੇ, ਖਤਮ ਹੋ ਜਾਣਗੇ। ਜਿਉ ਹੀਰਾ ਨੂਤਨ ਮੁਕਤ ਲਸੈ ਦੀਪ ਕੀ ਕ੍ਰਾਂਤ। ਸੋ ਸਾਖੀ ਦੇ ਜਿਹੜੇ ਵਿਦਵਾਨ ਨੇ ਇਹਦੇ ਅਰਥ ਏਦਾਂ ਕੱਢਦੇ ਆ, ਇਹਦੇ ਵਿੱਚ ਦ੍ਰਿਸ਼ਟਕੂਟ ਹੈ। ਦ੍ਰਿਸ਼ਟਕੂਟ ਕਹਿੰਦੇ ਨੇ ਵੀ ਕੋਈ ਵਾਕ ਇਹੋ ਜਿਹਾ ਕਹਿਣਾ ਬੁਝਾਰਤ ਵਜੋਂ ਉਹਦੇ ਅਰਥ ਅੰਦਾਜ਼ੇ ਨਾਲ ਲਾਉਣੇ, ਉਹਨੂੰ ਦ੍ਰਿਸ਼ਟਕੂਟ ਕਹਿੰਦੇ ਆ। ਕਿ ਜਿਹੜੇ ਪਹਾੜੀਏ ਨੇ ਇਹ ਖਾਲਸੇ ਨਾਲ ਦਰੋਹ ਕਰਨਗੇ, ਖਾਲਸਾ ਉਹਨਾਂ ਪਹਾੜੀਆਂ ਨਾਲ ਦਰੋਹ ਕਰੇਗਾ। ਤੇ ਉਹ ਪਹਾੜੀਏ ਕਿਹੜੇ ਸਨ? ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਉਹ ਪਹਾੜੀਏ ਡੋਗਰੇ ਸਨ। ਧਿਆਨ ਸਿੰਘ, ਲਾਲ ਸਿੰਘ, ਧਿਆਨ ਸਿੰਘ ਦਾ ਲੜਕਾ ਹੀਰਾ ਸਿੰਘ, ਸੁਚੇਤ ਸਿੰਘ, ਇਹ ਗੁਲਾਬ ਸਿੰਘ ਵਰਗੇ ਜਿਹੜੇ ਡੋਗਰੇ ਸਨ, ਉਹਨਾਂ ਵੱਲ ਇਸ਼ਾਰਾ ਹੈ ਵੀ ਉਹਨਾਂ ਨਾਲ ਖਾਲਸੇ ਦਾ ਦਰੋਹ ਹੋਵੇਗਾ। ਸਿੰਘ ਇਹਨਾਂ ਤੋਂ ਖੁਸ਼ ਨਹੀਂ ਸਨ, ਖਾਲਸਾ ਇਹਨਾਂ ਤੋਂ ਖੁਸ਼ ਨਹੀਂ ਸੀ, ਪਰ ਇਹਨਾਂ ਨੇ ਸਾਰੀ ਵਾਗਡੋਰ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਹੀ ਆਪਣੇ ਹੱਥਾਂ 'ਚ ਰੱਖਣੀ ਸ਼ੁਰੂ ਕਰ ਦਿੱਤੀ ਸੀ। ਧਿਆਨ ਸਿੰਘ ਦੀ ਬਿਰਤੀ ਸੀ ਵੀ ਮੈਂ ਆਪਣੇ ਲੜਕੇ ਹੀਰਾ ਸਿੰਘ ਨੂੰ ਸ਼ੇਰੇ ਪੰਜਾਬ ਰਾਜੇ ਦਾ ਗੱਦੀ ਦਾ ਮਾਲਕ ਬਣਾਵਾਂ, ਇਹ ਰਾਜਾ ਬਣ ਕੇ ਬੈਠੇ।
ਉਹ ਹੀਰਾ ਸਿੰਘ ਨੂੰ ਆਪਣੇ ਪੁੱਤਰ ਨੂੰ ਗੱਦੀ ਤੇ ਬਿਠਾਉਣਾ ਚਾਹੁੰਦਾ ਸੀ। ਉਹਦੇ ਵਾਸਤੇ ਉਹਨੇ ਮਹਾਰਾਜਾ ਰਣਜੀਤ ਸਿੰਘ ਦੇ ਸਾਰੇ ਪਰਿਵਾਰ ਨੂੰ ਸਮਾਪਤ ਕਰ ਦਿੱਤਾ। ਕੁੰਵਰ ਨੌ ਨਿਹਾਲ, ਮਹਾਰਾਜਾ ਸ਼ੇਰ ਸਿੰਘ, ਖੜਗ ਸਿੰਘ, ਸਾਰੇ ਉਹਨੇ ਸਮਾਪਤ ਕੀਤੇ। ਵਿਸਥਾਰ ਸਹਿਤ ਉਹਦੀ ਜਾਣਕਾਰੀ ਆਪ ਜੀ ਨੇ ਪੜ੍ਹਨੀ ਹੋਵੇ ਤੇ ਸਿੱਖ ਰਾਜ ਕਿਵੇਂ ਗਿਆ, ਉਹ ਪੁਸਤਕ ਆਪ ਜੀ ਪੜ੍ਹ ਸਕਦੇ ਹੋ। ਗੁਰੂ ਸਾਹਿਬ ਨੇ ਜੇ ਕਿਰਪਾ ਕੀਤੀ ਤੇ ਆਪਾਂ ਉਹ ਕਥਾ ਵਿਚਾਰਾਂਗੇ। ਇਸ ਕਥਾ ਦੀ ਸਮਾਪਤੀ ਤੋਂ ਬਾਅਦ ਪੰਥ ਪ੍ਰਕਾਸ਼ ਗਿਆਨੀ ਗਿਆਨ ਸਿੰਘ ਵਾਲੇ ਦੀ ਕਥਾ ਵਿਚਾਰਾਂਗੇ। ਜੇ ਗੁਰੂ ਸਾਹਿਬ ਨੂੰ ਪਾਇਆ, ਆਪਣੇ ਵੱਸ ਨਹੀਂ। ਇੱਥੇ ਉਹ ਇਸ਼ਾਰੇ ਮਾਤਰ ਹੈ ਕਿ ਜਿਉ ਹੀਰਾ ਨੂਤਨ ਮੁਕਤ ਲਸੈ ਦੀਪ ਕੀ ਕ੍ਰਾਂਤ, ਕਿ ਮਹਾਰਾਜਾ ਦਲੀਪ ਸਿੰਘ ਉਸ ਨੂੰ ਖਤਮ ਕਰਕੇ ਉਹਨੂੰ ਬਾਲ ਰੂਪ ਹੋਣ ਕਰਕੇ ਇੰਗਲੈਂਡ ਭੇਜ ਦਿੱਤਾ। ਔਰ ਧਿਆਨ ਸਿੰਘ ਦੀ ਇਹ ਕਾਰਸਤਾਨੀ ਸੀ, ਉਹ ਆਪਣੇ ਲੜਕੇ ਹੀਰਾ ਸਿੰਘ ਨੂੰ ਪੰਜਾਬ ਦਾ ਰਾਜਾ ਬਣਾਉਣਾ ਚਾਹੁੰਦਾ ਸੀ, ਵਲੀ ਅਹਿਦ ਬਣਾਉਣਾ ਚਾਹੁੰਦਾ ਸੀ। ਕੂਟ ਅਰਥ ਸਿੱਖਨ ਵਰਜ ਆਪ ਮੈਂ ਸ਼ਾਂਤ। ਮਹਾਰਾਜ ਜੀ ਕਹਿੰਦੇ ਇਹਦੇ ਵਿੱਚ ਦ੍ਰਿਸ਼ਟਕੂਟ ਅਸੀਂ ਦੱਸਿਆ, ਉਹ ਆਉਣ ਵਾਲੇ ਸਮੇਂ ਦੇ ਵਿੱਚ ਦ੍ਰਿਸ਼ਟਕੂਟ ਖੁੱਲੇਗਾ, ਉਹਦੀ ਵਿਚਾਰ ਕੀਤੀ ਜਾਵੇਗੀ। ਚੌਪਈ ਪਾਖੇ ਰਾਮ ਕੋਇਰ ਕਥ ਪਾਈ। ਇਹ ਸਾਰੀ ਕਥਾ ਬ੍ਰਹਮ ਗਿਆਨੀ ਭਾਈ ਰਾਮ ਕੋਇਰ ਸਾਹਿਬ ਜੀ ਰਮਦਾਸ ਨਗਰ ਵਿੱਚ ਬੈਠੇ ਪੰਥ ਨੂੰ ਸੁਣਾ ਰਹੇ ਨੇ। ਦ੍ਰਿਸ਼ਟਕੂਟ ਜਬ ਸ਼੍ਰੀ ਮੁਖ ਗਾਈ। ਭਾਈ ਰਾਮ ਕੋਇਰ ਜੀ ਕਹਿੰਦੇ ਜਦੋਂ ਸਤਿਗੁਰਾਂ ਨੇ ਕਿਹਾ ਨਾ ਵੀ ਅਸੀਂ ਇਹ ਦ੍ਰਿਸ਼ਟਕੂਟ ਰੱਖਿਆ ਵੀ ਕਿਹੜਾ ਹੀਰਾ, ਉਹ ਕਿਉਂਕਿ ਉਦੋਂ ਕੀ ਪਤਾ ਸੀ ਵੀ ਹੀਰਾ ਸਿੰਘ ਕੌਣ ਹੋਣਾ ਹੈ, ਧਿਆਨ ਸਿੰਘ ਕੌਣ ਹੋਣਾ। ਇਹ ਧਿਆਨ ਸਿੰਘ ਹੋਣਾ ਨੇ ਪ੍ਰਚਾਰ ਕੀਤਾ ਸੀ ਵੀ ਜਿਹੜਾ ਸਾਡਾ ਵਡੇਰਾ ਸੀ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸੇਵਾਦਾਰ ਸੀ, ਔਰ ਉਹਨਾਂ ਨੇ ਸਾਡੇ ਵੰਸ਼ ਨੂੰ ਰਾਜ ਭਾਗ ਹੋਣ ਦਾ ਵਰ ਦਿੱਤਾ। ਧਿਆਨ ਸਿੰਘ ਹੋਣਾ ਨੇ ਇਹ ਪ੍ਰਚਾਰ ਕੀਤਾ ਹੋਇਆ ਸੀ। ਇਹ ਆਪਣੇ ਆਪ ਨੂੰ ਇਹ ਪ੍ਰਸਿੱਧ ਕਰਦੇ ਸੀ ਕਿ ਸਾਡੇ ਟੱਬਰ ਤੇ ਕਲਗੀਧਰ ਦੀ ਬਖਸ਼ਿਸ਼ ਹੈ, ਵੀ ਅਸੀਂ ਵੀ ਪਿਤਾ ਪੁਰਖੀ ਪੁਰਾਤਨ ਸਮੇਂ ਤੋਂ ਗੁਰੂ ਘਰ ਦੇ ਸੇਵਕਾਂ ਸਿੰਘ ਹਾਂ। ਇੱਥੋਂ ਤੱਕ ਵੀ ਧਿਆਨ ਸਿੰਘ ਹੋਣਾ ਨੇ ਪ੍ਰਚਾਰ ਕੀਤਾ ਵੀ ਹੀਰਾ ਸਿੰਘ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਹੀ ਅਵਤਾਰ ਹੈ। ਇੱਥੋਂ ਤੱਕ ਵੀ ਉਹਨੇ ਕਿਹਾ। ਐਡੀ ਨੀਚ ਬਿਰਤੀ ਸੀ ਨਾ ਡੋਗਰਿਆਂ ਦੀ। ਮਹਾਰਾਜ ਜੀ ਨੇ ਸੁਚੇਤ ਕੀਤਾ ਸੀ, ਪਹਿਲੋਂ ਹੀ ਸਾਵਧਾਨ ਕੀਤਾ ਸੀ, ਪਰ ਜਿਹੜੀ ਹੋਣੀ ਵਰਤਣੀ ਹੁੰਦੀ ਹੈ ਉਹ ਤਾਂ ਵਰਤ ਕੇ ਰਹਿੰਦੀ ਹੈ। ਪਰ ਇੱਕ ਵਾਰੀ ਹੋਈਆਂ ਗਲਤੀਆਂ ਤੋਂ ਅੱਗੇ ਫਿਰ ਸਬਕ ਲੈ ਲੈਣਾ ਚਾਹੀਦਾ ਹੈ। ਗਲਤੀਆਂ ਹੁੰਦੀਆਂ ਨੇ ਇਨਸਾਨਾਂ ਕੋਲੋਂ, ਪਰ ਉਹਨਾਂ ਗਲਤੀਆਂ ਤੋਂ ਬਾਅਦ ਜਿਹੜੇ ਸਿਆਣੇ ਹੁੰਦੇ ਆ ਸਬਕ ਲੈ ਲੈਂਦੇ ਆ। ਜਿਹੜੇ ਸਬਕ ਨਾ ਲੈਣ ਉਹੀ ਗਲਤੀਆਂ ਮੁੜ ਮੁੜ ਕੇ ਦੁਹਰਾਈ ਜਾਣ, ਫਿਰ ਉਹ ਗਰਕ ਹੋ ਜਾਂਦੇ ਆ। ਖੈਰ, ਜਦੋਂ ਭਾਈ ਰਾਮ ਕੋਇਰ ਸਾਹਿਬ ਇਹ ਕਥਾ ਸੁਣਾ ਰਹੇ ਸਨ, ਕਹਿੰਦੇ ਕਲਗੀਧਰ ਕੋਲ ਬੈਠਿਆ ਮੈਂ ਇਹ ਬਚਨ ਸੁਣੇ ਨੇ ਸਾਰੇ ਜਿਹੜੇ ਤੁਹਾਨੂੰ ਸੁਣਾਏ ਨੇ ਕਿ ਗੁਰੂ ਪਾਤਸ਼ਾਹ ਨੇ ਇਹਦੇ ਵਿੱਚ ਦ੍ਰਿਸ਼ਟਕੂਟ ਰੱਖਿਆ ਹੈ। ਮੈਂ ਤਬ ਪਾਖੇ ਉਹ ਪੰਥ ਮਜਾਰੀ। ਮੈਂ ਹੱਥ ਜੋੜ ਕੇ ਮਹਾਰਾਜ ਜੀ ਨੂੰ ਬੇਨਤੀ ਕੀਤੀ ਸਤਿਗੁਰਾਂ ਨੂੰ, ਹੋਏ ਖਾਲਸੇ ਮੈਂ ਅਵਤਾਰੀ। ਮਹਾਰਾਜ ਜੋ ਖਾਲਸੇ ਵਿੱਚ ਅੱਗੇ ਵੀ ਕੋਈ ਅਵਤਾਰ ਹੋਵੇਗਾ ਭਲਾ, ਖਾਲਸੇ ਵਿੱਚ ਕੀ ਹੋਰ ਵੀ ਅਵਤਾਰੀ ਹੋਵੇਗਾ। ਇਤਨੀ ਕਹਿ ਕਰ ਬੋਲੇ ਨਾਈ। ਪਰ ਸਤਿਗੁਰੂ ਜੀ ਨੇ ਅੱਗੋਂ ਕੋਈ ਜਵਾਬ ਨਹੀਂ ਦਿੱਤਾ। ਪਰਚੇ ਸ਼ਸਤਰ ਬਿਲੋਕਨ ਮਾਈ। ਉਹਨਾਂ ਨੇ ਸ਼ਸਤਰ ਵੇਖਣ ਦੇ ਵਿੱਚ ਆਪਣਾ ਮਨ ਪਰਚਾ ਲਿਆ। ਭਾਈ ਰਾਮ ਕੋਇਰ ਸਾਹਿਬ ਨੇ ਪੁੱਛਿਆ ਵੀ ਕੋਈ ਅਵਤਾਰੀ ਪੁਰਸ਼, ਜਦ ਮਹਾਰਾਜਾ ਰਣਜੀਤ ਸਿੰਘ ਦਾ ਜ਼ਿਕਰ ਆਇਆ ਤੇ ਸਿੱਖਾਂ ਦੇ ਮਨ 'ਚ ਸ਼ਾਇਦ ਇਦਾਂ ਦੀ ਬਿਰਤੀ ਬਣੀ ਹੋਵੇਗੀ ਸ਼ਾਇਦ ਕੋਈ ਅਵਤਾਰ ਹੋਵੇਗਾ, ਪਰ ਗੁਰਦੇਵ ਨੇ ਕਿਹਾ ਅਵਤਾਰ ਨਹੀਂ ਹੋਵੇਗਾ, ਉਹ ਸਿੱਖ ਹੀ ਹੋਵੇਗਾ ਗੁਰੂ ਘਰ ਦਾ, ਪਰ ਉਹ ਰਾਜਾ ਹੋਵੇਗਾ, ਬਾਦਸ਼ਾਹ ਹੋਵੇਗਾ। ਕਿਉਂਕਿ ਹਾਲੇ ਗੁਰਦੇਵ ਨੇ ਵਿਅਕਤੀਗਤ ਗੁਰੂ ਪਰੰਪਰਾ ਨੂੰ ਸਮਾਪਤ ਨਹੀਂ ਸੀ ਕੀਤਾ, ਇਸ ਕਰਕੇ ਸਵਾਲ ਹੋਣਾ ਵਾਜਬ ਸੀ। ਸਿੱਖਾਂ ਨੂੰ ਹਾਲੇ ਨਹੀਂ ਸੀ ਪਤਾ ਕਿ 10ਵੇਂ ਪਾਤਸ਼ਾਹ ਤੋਂ ਬਾਅਦ ਸਾਨੂੰ ਗੁਰੂ ਗ੍ਰੰਥ ਸਾਹਿਬ ਨੂੰ ਸਤਿਗੁਰਾਂ ਨੇ ਲੜ ਲਾਉਣਾ। ਉਹ ਤਾਂ ਇਹੀ ਸੋਚਦੇ ਸਨ ਵੀ ਜਿਵੇਂ ਪਹਿਲਾਂ ਗੁਰੂ ਪਰੰਪਰਾ ਚੱਲਦੀ ਆ ਰਹੀ ਹੈ, 10ਵੇਂ ਪਾਤਸ਼ਾਹ ਤੋਂ ਬਾਅਦ ਫਿਰ 11ਵੇਂ 12ਵੇਂ ਇੱਦਾਂ ਗੁਰੂ ਹੋਣਗੇ ਅੱਗੇ ਹੋਰ। ਪਰ ਗੁਰੂ ਸਾਹਿਬ ਜੀ ਨੇ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੀ ਧਰਤੀ ਤੇ ਜਾ ਕੇ ਵਿਅਕਤੀਗਤ ਗੁਰੂ ਪਰੰਪਰਾ ਨੂੰ ਸਮਾਪਤ ਕਰਕੇ ਸ਼ਬਦ ਗੁਰੂ ਨੂੰ ਗੁਰਤਾ ਗੱਦੀ ਦਿੱਤੀ। ਇਸ ਕਰਕੇ ਕਲਗੀਧਰ ਜੀ ਨੇ ਉਦੋਂ ਕੋਈ ਭਾਈ ਰਾਮ ਕੋਇਰ ਸਾਹਿਬ ਹੋਣਾ ਦੇ ਸਵਾਲ ਦਾ ਜਵਾਬ ਨਹੀਂ ਦਿੱਤਾ। ਸਤਿਗੁਰਾਂ ਦੇ ਕੋਲ ਸ਼ਸਤਰ ਪਏ ਸੀ, ਮਹਾਰਾਜ ਜੀ ਸ਼ਸਤਰਾਂ ਵਿੱਚ ਪਰਚ ਗਏ।
ਸ਼ਸਤਰਾਂ ਨੂੰ ਧਿਆਨ ਨਾਲ ਗਹੁ ਨਾਲ ਵੇਖਣ ਲੱਗੇ। ਆਲਮ ਸਿੰਘ ਕੀ ਦਿਸ਼ ਤਬ ਹੇਰ, ਮਹਾਰਾਜ ਜੀ ਦੇ ਸੇਵਕ ਸਨ ਭਾਈ ਆਲਮ ਸਿੰਘ ਜੀ, ਉਹਨਾਂ ਵੱਲ ਵੇਖਿਆ। ਚਾਰ ਕਰੀ ਮੈਂ ਬੋਲੇ ਫੇਰ, 4 ਘੜੀਆਂ ਮਹਾਰਾਜ ਜੀ ਨਹੀਂ ਬੋਲੇ। 4 ਘੜੀਆਂ ਬਾਅਦ ਆਲਮ ਸਿੰਘ ਵੱਲ ਵੇਖ ਕੇ ਕਹਿਣ ਲੱਗੇ, ਦੋਹਰਾ ਸ਼੍ਰੀ ਮੁਖ ਤੇ ਮੁਸਕਾਏ ਕੈ, ਕਰੁਣਾ ਦ੍ਰਿਸ਼ਟ ਨਿਹਾਰ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮੁਸਕਰਾ ਕੇ ਆਪਣੀ ਕਰੁਣਾ ਭਰੀ ਦ੍ਰਿਸ਼ਟੀ ਨਾਲ ਭਾਈ ਆਲਮ ਸਿੰਘ ਵੱਲ ਵੇਖਦੇ ਹਨ। ਆਲਮ ਸਿੰਘ ਰੰਗੜ ਬੜਾ ਤੂੰ, ਹੱਸ ਪਿਖਿਓ ਵਿਚਾਰ। ਮਹਾਰਾਜ ਜੀ ਨੇ ਬਚਨ ਕੀਤਾ, ਆਲਮ ਸਿੰਘ ਤੂੰ ਬੜਾ ਸੂਰਮਾ ਹੋਵੇਂਗਾ, ਤੂੰ ਬੜਾ ਯੋਧਾ ਹੈ। ਇੱਕ ਰੰਗੜ ਕੌਮ ਵੀ ਹੈ ਤੇ ਰੰਗੜ ਆਮ ਕਰਕੇ ਉਸ ਨੂੰ ਵੀ ਕਿਹਾ ਜਾਂਦਾ, ਜਿਹੜਾ ਮਾਰਖੋਰੀ ਬਿਰਤੀ ਵਾਲਾ ਹੋਵੇ ਉਹਨੂੰ ਵੀ ਰੰਗੜ ਕਹਿ ਦਿੰਦੇ ਆ। ਇੱਕ ਤਾਂ ਵੈਸੇ ਰੰਗੜਾਂ ਦੀ ਬਿਰਤੀ ਵੀ ਮੱਸਾ ਰੰਗੜ ਵੀ ਸੀ, ਉਹ ਇੱਕ ਪ੍ਰਕਾਰ ਦੀ ਜਾਤੀ ਵੀ ਆ ਰੰਗੜਾਂ ਦੀ, ਗੁੱਜਰ ਨੇ ਰੰਗੜ ਨੇ, ਪਰ ਆਮ ਕਰਕੇ ਰੰਗੜ ਉਹਨੂੰ ਵੀ ਕਹਿ ਦਿੱਤਾ ਜਾਂਦਾ ਜਿਹਦੀ ਸੂਰਬੀਰਤਾ ਵਾਲੀ ਮਾਰਖੋਰੀ ਬਿਰਤੀ ਹੋਵੇ, ਜਿਸ ਅੰਦਰ ਜੰਗ ਦੇ ਮੈਦਾਨ ਵਿੱਚ ਦਇਆ ਨਹੀਂ ਹੁੰਦੀ, ਕੇਵਲ ਮਾਰਖੋਰੀ ਬਿਰਤੀ ਰੱਖਦਾ। ਇਸ ਕਰਕੇ ਮਹਾਰਾਜ ਜੀ ਕਹਿੰਦੇ ਤੂੰ ਵੱਡਾ ਸੂਰਮਾ, ਤੂੰ ਮਾਰਖੋਰੀ ਬਿਰਤੀ ਨੂੰ ਰੱਖਣ ਵਾਲਾ ਯੋਧਾ ਹੈ। ਕਹਿ ਆਲਮ ਸਿੰਘ ਜੋਰ ਕਰ, ਮੈਂ ਸਿੱਖ ਰਾਵਰ ਕੇਰ। ਆਲਮ ਸਿੰਘ ਨੇ ਅੱਗੋਂ ਹੱਥ ਜੋੜੇ ਤੇ ਆਖਿਆ, ਮਹਾਰਾਜ ਮੈਂ ਜਿਹੋ ਜਿਹਾ ਵੀ ਆ ਤੁਹਾਡਾ ਸਿੱਖ ਹਾਂ, ਤੁਹਾਡਾ ਸਿੱਖ ਪਹਿਲਾਂ, ਬਾਕੀ ਸਭ ਕੁਝ ਬਾਅਦ ਵਿੱਚ ਆ। ਮਹਾਰਾਜ ਪਹਿਲਾਂ ਮੈਂ ਆਪ ਜੀ ਦਾ ਸੇਵਕ ਹਾਂ, ਆਪ ਜੀ ਦਾ ਸਿੱਖ ਹਾਂ। ਜਾਨੋ ਆਪਣੋ ਦਾਸ ਮੁਝ, ਰਖੋ ਪਰੋਸ ਬਡੇਰ। ਮਹਾਰਾਜ ਜੀ ਮੈਨੂੰ ਆਪਣਾ ਦਾਸ ਜਾਣੋ, ਔਰ ਮੈਂ ਤੁਹਾਡੇ ਤੇ ਬੜਾ ਵੱਡਾ ਭਾਰੀ ਭਰੋਸਾ ਰੱਖਦਾ। ਭਾਰੀ ਭੁਜਾਨ ਕੋ ਭਾਰੀ ਭਰੋਸੋ। ਮਹਾਰਾਜ ਤੁਹਾਡੇ ਵੱਡੇ ਸਰੂਪ ਤੇ ਮੈਨੂੰ ਵੱਡਾ ਭਰੋਸਾ ਹੈ। ਚੌਪਈ ਕਹਿਓ ਲੋਹ ਕੋਲ ਕਾਟੇ ਲੋਹਾ। ਮਹਾਰਾਜ ਜੀ ਨੇ ਬਚਨ ਕੀਤਾ, ਆਖਿਆ ਆਲਮ ਸਿੰਘ ਲੋਹੇ ਨੂੰ ਲੋਹਾ ਕੱਟਿਆ ਕਰਦਾ ਹੈ। ਅਸੀਂ ਤੈਨੂੰ ਮਾਰ ਖੋਰਾ ਤਾਂ ਕਿਹਾ ਕਿ ਆ ਜਿਹੜੇ ਜ਼ਾਲਮ ਮਾਰ ਖੋਰੇ ਨੇ ਇਹਨਾਂ ਨੂੰ ਤੂੰ ਹੀ ਮਾਰੇਗਾ। ਲੋਹੇ ਨੂੰ ਲੋਹਾ ਕੱਟਦਾ ਨਾ। ਆਲਮ ਸਿੰਘ ਨੇ ਕਿਹਾ, ਮਹਾਰਾਜ ਤੁਸੀਂ ਮੈਨੂੰ ਮਾਰ ਖੋਰਾ ਕਿਉਂ ਕਹਿੰਦੇ ਹੋ, ਮੈਂ ਤਾਂ ਤੁਹਾਡਾ ਦਾਸ ਹਾਂ। ਮਹਾਰਾਜ ਜੀ ਕਹਿੰਦੇ ਤਾਂ ਕਹਿੰਦੇ ਆ ਵੀ ਲੋਹੇ ਨੂੰ ਲੋਹਾ ਕੱਟਿਆ ਕਰਦਾ। ਆ ਜਿਹੜੇ ਮਾਰ ਖੋਰੇ ਨਿਰਦਈ ਹੋ ਕੇ ਲੋਕਾਂ ਨੂੰ ਕੋਹਦੇ ਆ, ਮਾਰਦੇ ਆ, ਇਹਨਾਂ ਨੂੰ ਤੂੰ ਮਾਰ ਖੋਰਾ ਹੋ ਕੇ ਹੀ ਮਾਰੇਗਾ। ਹਾਂਜੀ, ਰੰਗੜ ਕੋ ਰੰਗੜ ਹੱਥ ਰੋਹਾ। ਇਹਨਾਂ ਜਰਵਾਣਿਆਂ ਨੂੰ ਜ਼ਾਲਮਾਂ ਨੂੰ ਤੂੰ ਸੋਧੇਗਾ ਸੂਰਮਾ ਬਣ ਕੇ। ਜਨਮ ਫੇਰ ਰੰਗੜ ਕਰ ਤਰੇ। ਸੂਰਮਿਆਂ ਦੇ ਘਰ ਹੀ ਜਨਮ ਲਵੇਗਾ, ਯੋਧਾ ਬਣੇਗਾ। ਰਾਜੇ ਸਭ ਮੌਜੂਦ ਤੁਵ ਕਰੇ। ਜਿੰਨੇ ਰਾਜੇ ਨੇ ਸਾਰੇ ਤੇਰੇ ਅਧੀਨ ਹੋਣਗੇ। ਦਿਓ ਰਾਜ ਤੋ ਕੋ ਹਮ ਸਾਰਾ। ਰਾਜ ਕਹਿੰਦੇ ਆਲਮ ਸਿੰਘ ਤੈਨੂੰ ਵੀ ਅਸੀਂ ਰਾਜ ਦਿੱਤਾ। ਉਹ ਆਲਮ ਸਿੰਘ ਦੁਬਾਰਾ ਕਿਹੜਾ ਰਾਜਾ ਬਣ ਕੇ ਆਇਆ ਇਹ ਤਾਂ ਗੁਰੂ ਪਾਤਸ਼ਾਹ ਜਾਣਨ। ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਵਰ ਦੇ ਰਹੇ ਨੇ, ਬਖਸ਼ਿਸ਼ਾਂ ਕਰ ਰਹੇ ਨੇ। ਕਹਿੰਦੇ ਆਲਮ ਸਿੰਘ ਤੈਨੂੰ ਅਸੀਂ ਇਹ ਸਾਰਾ ਰਾਜ ਦਿੱਤਾ। ਸਿੱਖੀ ਅਰਧ ਦਈ ਹਿਤ ਧਾਰਾ। ਨਾਲ ਅਸੀਂ ਤੂੰ ਸਾਡੇ ਨਾਲ ਹਿੱਤ ਕੀਤਾ, ਇਸ ਕਰਕੇ ਤੈਨੂੰ ਰਾਜ ਭਾਗ ਦੇ ਨਾਲ ਸਿੱਖੀ ਵੀ ਦਿੱਤੀ ਹੈ। ਆਲਮ ਸਿੰਘ ਬੰਦ ਕਰ ਦੋਏ। ਆਲਮ ਸਿੰਘ ਨੇ ਆਪਣੇ ਦੋਵੇਂ ਹੱਥ ਜੋੜ ਕੇ ਸਤਿਗੁਰਾਂ ਨੂੰ ਬੇਨਤੀ ਕੀਤੀ। ਕਹਿਓ ਕਿ ਦਰਸ਼ਨ ਪੀ ਤੁਮ ਹੋਏ। ਰਾਜ ਕਹਿੰਦੇ ਹੋ ਮੈਂ ਰਾਜਾ ਬਣਾਂਗਾ, ਦੁਬਾਰਾ ਆਵਾਂਗਾ, ਪਰ ਪਾਤਸ਼ਾਹ ਦੱਸੋ ਉਦੋਂ ਦਰਸ਼ਨ ਵੀ ਹੋਣਗੇ ਤੁਹਾਡੇ ਕਿ ਨਹੀਂ? ਉਦੋਂ ਤੁਹਾਡੇ ਦੀਦਾਰ ਹੋਣਗੇ ਕਿ ਨਹੀਂ? ਦੋਹਰਾ ਕਹਿਓ ਗੁਰੂ ਹਮ ਪੀ ਰਖੇ, ਹਿਰਦੇ ਪਾਵਨੀ ਸੋਏ। ਮਹਾਰਾਜ ਪਾਤਸ਼ਾਹ ਕਹਿੰਦੇ ਆਲਮ ਸਿੰਘ ਤੁਹਾਡੀ ਭਾਵਨਾ ਪੂਰੀ ਹੋਵੇਗੀ, ਅਸੀਂ ਵੀ ਆਵਾਂਗੇ, ਉਦੋਂ ਅਸੀਂ ਵੀ ਹੋਵਾਂਗੇ। ਸੁਣੋ ਕਿਵੇਂ ਹੋਵਾਂਗੇ, ਦੱਸਦੇ ਨੇ। ਸ਼੍ਰੀ ਅੰਮ੍ਰਿਤਸਰ ਪਹੁੰਚਬੇ, ਰਾਮ ਸਰੋਵਰ ਜੋਏ। ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਰਾਮਸਰ ਸਰੋਵਰ ਦੇ ਵਿੱਚ ਅਸੀਂ ਆਵਾਂਗੇ। ਕਿਹੜਾ ਸਰੂਪ ਲੈ ਕੇ ਦੱਸਦੇ ਨੇ?
चौपाई बेर 11ਵੀਂ ਹਮ ਚੱਲ ਆਵੇਂ। ਸਾਡਾ ਉਸ ਵੇਲੇ 11ਵਾਂ ਸਵਰੂਪ ਹੋਵੇਗਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ। ਬੇਰ 11ਵਾਂ ਸਵਰੂਪ। ਇਹਦਾ ਜਿਹੜਾ ਗਲਤ ਅਰਥ ਸੀ ਨਾ ਦ੍ਰਿਸ਼ਟਕੂਟ ਦਾ, ਸੋ ਸਾਖੀ ਦਾ, ਧਿਆਨ ਸਿੰਘ ਨੇ ਇਸੇ ਪੰਕਤੀ ਦਾ ਗਲਤ ਅਰਥ ਕੱਢਿਆ ਸੀ। ਉਹ ਕਹਿੰਦਾ ਸੀ ਵੀ ਜਿਹੜਾ ਗੁਰੂ ਸਾਹਿਬ ਨੇ ਕਿਹਾ ਨਾ 11ਵਾਂ ਰੂਪ ਹੋ ਕੇ ਆਵਾਂਗੇ, ਉਹ 11ਵਾਂ ਰੂਪ ਮੇਰਾ ਜਿਹੜਾ ਪੁੱਤਰ ਹੈ ਹੀਰਾ ਸਿੰਘ ਇਹੀ ਹੈ। ਉਹਨੇ ਪ੍ਰਚਾਰ ਕੀਤਾ ਸੀ। ਪਰ ਗੁਰਦੇਵ ਨੇ ਜਿਹੜਾ 11ਵਾਂ ਸਵਰੂਪ ਕਿਹਾ ਉਹ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਕਿਹਾ, ਇਹ ਮੇਰਾ 11ਵਾਂ ਸਵਰੂਪ ਹੈ। ਹਾਂਜੀ, ਜਿਸ ਤੇ ਕੋਏ ਨਾਮ ਲਖ ਪਾਵੇਂ। ਇਸ ਕਰਕੇ ਕੋਈ ਵਿਰਲਾ ਹੀ ਜਾਣੇਗਾ ਸਾਨੂੰ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਔਰ ਗੁਰੂ ਗੋਬਿੰਦ ਸਿੰਘ ਸਾਹਿਬ ਵਿੱਚ ਕੋਈ ਭੇਦ, ਕੋਈ ਫਰਕ ਨਹੀਂ। ਵਿਰਲਾ ਹੀ ਬੁੱਝੇਗਾ ਇਸ ਭੇਦ ਨੂੰ। ਹਾਂਜੀ, ਪੰਥ ਖਾਲਸਾ ਖੇਤੀ ਮੇਰੀ। ਮਹਾਰਾਜ ਜੀ ਕਹਿੰਦੇ ਖਾਲਸਾ ਪੰਥ ਮੇਰੀ ਖੇਤੀ। ਜਿਵੇਂ ਜ਼ਿਮੀਂਦਾਰ ਆਪਣੀ ਫਸਲ ਖੇਤੀ ਸਾਂਭ ਰੱਖਦਾ ਨਾ, ਕਹਿੰਦੇ ਖਾਲਸਾ ਪੰਥ ਮੇਰੀ ਖੇਤੀ ਹੈ। ਭਾਵ ਖੇਤੀ ਕਿਹਨੂੰ ਕਹਿੰਦੇ ਆ? ਵੀ ਮੇਰੀ ਪੈਦਾ ਕੀਤੀ ਹੋਈ। ਇਸ ਖਾਲਸੇ ਪੰਥ ਨੂੰ ਕਲਗੀਧਰ ਨੇ ਪੈਦਾ ਕੀਤਾ। ਇਹਦਾ ਜਨਮਦਾਤਾ ਖਾਲਸੇ ਪੰਥ ਦਾ ਕਲਗੀਆਂ ਵਾਲੇ ਪਾਤਸ਼ਾਹ ਜੀ ਹਨ। ਇਸ ਕਰਕੇ ਕਹਿੰਦੇ ਖਾਲਸਾ ਪੰਥ ਮੇਰੀ ਖੇਤੀ ਹੈ। ਕਰੋ ਸੰਭਾਲਨ ਮੈਂ ਤਿਸ ਬੇਰੀ। ਤੇ ਮੈਂ ਆਪਣੇ ਇਸ ਖਾਲਸੇ ਪੰਥ ਰੂਪੀ ਖੇਤੀ ਨੂੰ ਮੈਂ ਸੰਭਾਲਾਂਗਾ। ਇਹਦਾ ਰਾਖਾ ਮੈਂ ਹਾਂ, ਇਸ ਨੂੰ ਸੰਭਾਲਣ ਵਾਲਾ ਮੈਂ ਹਾਂ। ਕਿਸੇ ਪੁੱਛਿਆ ਸੀ ਮਹਾਰਾਜ ਜੀ ਨੂੰ ਕਿ ਮਹਾਰਾਜ ਤੁਹਾਡਾ ਕੋਈ ਰਾਜ ਭਾਗ ਨਹੀਂ, ਤੁਹਾਡਾ ਕੋਈ ਦੇਸ਼ ਨਹੀਂ, ਤੁਹਾਨੂੰ ਕਿਸੇ ਪਿੰਡ ਦਾ ਕੋਈ ਕਰ ਵਸੂਲ ਟੈਕਸ ਨਹੀਂ ਆਉਂਦਾ, ਤੇ ਤੁਹਾਡੇ ਠਾਠ ਬਾਦਸ਼ਾਹੀਆਂ ਵਾਲੇ ਹਨ। ਤੇ ਗੁਰਦੇਵ ਨੇ ਬਚਨ ਕਹੇ ਸਨ, ਕਹਿੰਦੇ ਮੇਰਾ ਖਾਲਸਾ ਮੇਰੀ ਖੇਤੀ ਹੈ। ਮੇਰੇ ਕੋਲ ਜੋ ਆਉਂਦਾ ਮੇਰੇ ਖਾਲਸੇ ਵੱਲੋਂ ਆਉਂਦਾ ਹੈ। ਇਹ ਖਾਲਸਾ ਮੇਰੀ ਖੇਤੀ ਹੈ। ਤੇ ਜੇ ਖੇਤੀ ਹੈ ਤੇ ਫਿਰ ਖੇਤੀ ਦਾ ਰਾਖਾ ਵੀ ਮੈਂ ਹਾਂ। ਖੇਤੀ ਤਾਂ ਕਿਹਾ, ਇਹ ਉਹ ਬਿਰਤੀ ਨਾਲ ਨਹੀਂ ਕਿਹਾ ਵੀ ਚਲੋ ਜੀ ਇਹ ਤਾਂ ਘਰ ਦੀ ਖੇਤੀ, ਜਿਵੇਂ ਕਹਿ ਨਹੀਂ ਦਿੰਦੇ ਕਈ, ਇਹ ਘਰ ਦੀ ਖੇਤੀ ਹੈ ਜੀ, ਵੀ ਇਹਦੀ ਜਿਵੇਂ ਮਰਜ਼ੀ ਦੁਰਵਰਤੋਂ ਕਰ ਲਓ, ਕਹਿ ਕੇ ਘਰ ਦੀ ਖੇਤੀ ਹੈ ਜੀ। ਮਹਾਰਾਜ ਜੀ ਨੇ ਖੇਤੀ ਤਾਂ ਕਿਹਾ ਕਿਉਂਕਿ ਉਦਾਹਰਣ ਦਾ ਕੇਵਲ ਇੱਕ ਪੱਖ ਲਈਦਾ, ਸਾਰੇ ਪੱਖ ਨਹੀਂ ਲਏ ਜਾਂਦੇ ਉਦਾਹਰਣ ਦੇ। ਕੋਈ ਕਹੇ ਤੂੰ ਤਾਂ ਸ਼ੇਰ ਵਾਂਗੂ ਹੈ ਬਈ, ਤੇ ਉਹ ਸ਼ੇਰ ਨਹੀਂ ਬਣ ਜਾਂਦਾ। ਉਹ ਅੱਗੋਂ ਕਹੇ ਵੀ ਤੂੰ ਮੈਨੂੰ ਜਾਨਵਰ ਕਹਿਣਾ, ਸ਼ੇਰ ਤਾਂ ਜਾਨਵਰ ਹੁੰਦਾ। ਉਹ ਕਹਿੰਦਾ ਨਹੀਂ ਬਈ ਉਦਾਹਰਣ, ਯਾਨੀ ਕਿ ਸ਼ੇਰ ਵਾਂਗੂ ਦਲੇਰ ਹੈ। ਯਾਨੀ ਕਿ ਉਦਾਹਰਣ ਦਾ ਇੱਕ ਪੱਖ ਲਿਆ ਜਾਂਦਾ। ਖੇਤੀ ਕਹਿਣ ਦਾ ਮਤਲਬ ਹੈ ਕਿ ਮਹਾਰਾਜ ਜੀ ਨੇ ਆਪਣੇ ਹੱਥੀਂ ਸਾਜਿਆ ਖਾਲਸੇ ਪੰਥ, ਆਪ ਬਣਾਇਆ। ਜਿਵੇਂ ਜ਼ਿਮੀਂਦਾਰ ਆਪਣੀ ਖੇਤੀ ਆਪ ਬੀਜਦਾ ਨਾ ਆਪਣੇ ਹੱਥੀਂ, ਤੇ ਫਿਰ ਉਹਦੀ ਰਾਖੀ ਕਰਦਾ। ਕਹਿੰਦੇ ਇਸੇ ਤਰ੍ਹਾਂ ਮੈਂ ਆਪਣੇ ਪੰਥ ਦੀ ਰਾਖੀ ਕਰਨੀ ਹੈ। ਦੋਹਰਾ ਵਦੇ ਰਾਜ ਚਿਤ ਸਿੰਘ ਗਨ, ਉਮਤ ਹੋਏ ਬਿਨਾਸ। ਮਹਾਰਾਜ ਜੀ ਕਹਿੰਦੇ ਮੇਰੇ ਖਾਲਸੇ ਦਾ ਰਾਜ ਭਾਗ ਦਿਨ ਪ੍ਰਤੀ ਦਿਨ ਵਧੇਗਾ। ਆ ਜਿਹੜੀ ਮਲੇਛਾਂ ਦੀ ਉਮਤ ਹੈ, ਇਹ ਮਲੇਛਾਂ ਦੀ ਉਮਤ ਦਾ ਨਾਸ਼ ਹੋਵੇਗਾ। ਠੇਡੇ ਖਾਵੇ ਖਾਲਸਾ, ਮੋਏ ਸੰਭਾਲੇ ਸਾਸ। ਖਾਲਸਾ ਠੇਡੇ ਖਾਵੇ ਦਾ ਮਤਲਬ ਹੁੰਦਾ ਵੀ ਬੜੀਆਂ ਮਸ਼ੱਕਤਾਂ ਘਾਲੇਗਾ, ਬੜੇ ਔਖੇ ਵੇਲਿਆਂ ਵਿੱਚੋਂ ਮੇਰਾ ਖਾਲਸਾ ਨਿਕਲੇਗਾ, ਪਰ ਹਰ ਸਾਹ ਨਾਲ ਖਾਲਸਾ ਮੈਨੂੰ ਚੇਤੇ ਰੱਖੇਗਾ, ਮੈਨੂੰ ਆਪਣੇ ਹਰ ਸਾਹ ਨਾਲ ਸੰਭਾਲੇਗਾ। ਭਾਵੇਂ ਔਖਾ ਵੇਲਾ ਵੀ ਆਪ ਬੜਾ ਔਖਾ ਸਮਾਂ ਆਉਣਾ ਸੀ ਹਾਲੇ ਆਉਣ ਵਾਲੇ ਸਮੇਂ 'ਚ। ਮਹਾਰਾਜ ਜੀ ਕਹਿੰਦੇ ਮੇਰਾ ਖਾਲਸਾ ਉਹਨਾਂ ਵਿਖੜਿਆਂ ਸਮਿਆਂ ਵਿੱਚ ਵੀ ਮੈਨੂੰ ਚੇਤੇ ਰੱਖੇਗਾ। ਉਤਰੋਂਗਾ ਮੈਂ ਤਬੀ ਦਿਨ, ਜਾਂ ਦਿਨ ਮੁਕਤੇ ਸਿੰਘ। ਮਹਾਰਾਜ ਜੀ ਕਹਿੰਦੇ ਉਸੇ ਦਿਨ ਮੈਂ ਖਾਲਸੇ ਵਿੱਚ ਉਤਰਾਂਗਾ ਜਦੋਂ ਮੇਰਾ ਖਾਲਸਾ ਮੈਨੂੰ ਚੇਤੇ ਕਰੇਗਾ। ਮੈਂ ਖਾਲਸੇ ਦੇ ਅੰਗ ਸੰਗ ਵਰਤਾਂਗਾ, ਮੈਂ ਖਾਲਸੇ ਦੇ ਸदैव ਅੰਗ ਸੰਗ ਨਾਲ ਵਰਤਾਂਗਾ। ਜਦੋਂ ਖਾਲਸਾ ਚੇਤੇ ਕਰੇਗਾ ਉੱਥੇ ਹੀ ਖਾਲਸੇ ਦੀ ਰੱਖਿਆ ਕਰਾਂਗਾ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਿਆਇਤ। ਦੇਗ ਤੇਗ ਫਤਿਹ ਕਹਿ ਕੇ ਅਰਦਾਸ ਵਿੱਚ ਚੇਤੇ ਕਰਦੇ ਹਾਂ ਕਿ ਜਿੱਥੇ ਜਿੱਥੇ ਖਾਲਸਾ ਹੈ, ਖਾਲਸਾ ਰੱਦੇ, ਉੱਥੇ ਉੱਥੇ ਮੇਰੇ ਸਾਹਿਬ ਜੀ ਆ ਕੇ ਆਪਣੇ ਖਾਲਸੇ ਦੀ ਰੱਛਿਆ ਰਿਆਇਤ ਕਰਦੇ ਨੇ। ਹਾਂਜੀ,
ਫੂੜ ਗੂੜ ਅਰ ਮੂੜ ਨ੍ਰਿਪ ਜਾਏ ਖਪੇਂਗੇ ਪਿੰਗ। ਜਿਹੜੇ ਮੂਰਖ ਰਾਜੇ ਨੇ, ਜਰਵਾਣੇ ਰਾਜੇ ਨੇ, ਜਿਹੜੇ ਲੋਕਾਂ ਤੇ ਜ਼ੁਲਮ ਕਰਨ ਵਾਲੇ ਰਾਜੇ ਨੇ, ਉਹ ਰਾਜੇ ਬਿਨਸ ਜਾਣਗੇ, ਖਤਮ ਹੋ ਜਾਣਗੇ। ਸਭੇ ਸਿਰੰਦੀ ਨਾਸ਼ ਹੋਏ ਕੁਲ ਮੇਰੀ ਹੋਏ ਨਾਸ਼। ਮਹਾਰਾਜ ਜੀ ਸੰਕੇਤ ਕਰ ਰਹੇ ਨੇ ਖਾਲਸਾ ਜੀ, ਮੇਰੀ ਜਿਹੜੀ ਬਿੰਦੀ ਕੁਲ ਹੈ ਉਹ ਨਹੀਂ ਰਹੇਗੀ, ਉਹ ਸਮਾਪਤ ਹੋ ਜਾਏਗੀ, ਮੈਂ ਤੁਹਾਡੇ ਤੋਂ ਕੁਰਬਾਨ ਕਰ ਦੇਣੀ ਹੈ। ਪਰ ਉਹਦੇ ਨਾਲ ਨਾਲ ਆ ਜਿਹੜਾ ਸਰਹੰਦੀ ਸੂਬੇ ਚੜ ਕੇ ਆਉਂਦਾ ਨਾ, ਗੁਰੂ ਘਰ ਤੇ ਚੜ ਕੇ ਗਿਆ ਸੀ ਪਿੱਛੇ, ਕਥਾ ਆਪ ਜੀ ਨੇ ਸੁਣੀ, ਇਹਦਾ ਵੀ ਨਾਸ਼ ਹੋ ਜਾਏਗਾ। ਇਹਨਾਂ ਦੀ ਜਿਹੜੀ ਇਹ ਬਾਵਨੀ ਸਰਹੰਦ ਹੈ ਉਜੜ ਜਾਏਗੀ। ਜਿਉ ਜਾਦਵ ਲੈ ਗਏ ਕ੍ਰਿਸ਼ਨ ਕਾਟੋਂ ਕੁਲ ਜਿਮ ਘਾਸ। ਕਹਿੰਦੇ ਜਿਵੇਂ ਯਾਦਵਾਂ ਦੀ ਕੁਲ ਨੇ ਆਪਸ ਵਿੱਚ ਉਹ ਹੁੰਦੇ ਆ ਨਾ ਵਿਭਾਸ ਤੇ, ਉਹ ਆਪਸ ਦੇ ਵਿੱਚ ਲੈ ਕੇ ਉੱਥੋਂ ਹੀ ਉਹ ਘਾਹ ਬੜਾ ਤਿੱਖਾ ਜਿਹਾ ਕੱਟ ਕੇ ਸਰਕੜਾ ਜਿਹਾ ਉਹਦੇ ਨਾਲ ਆਪਸ ਵਿੱਚ ਉਹਨਾਂ ਨੇ ਕੱਟ ਕੇ ਮਾਰ ਦਿੱਤਾ ਸੀ, ਖਤਮ ਹੋ ਗਏ ਸਨ। ਮਹਾਰਾਜ ਜੀ ਕਹਿੰਦੇ ਅਸੀਂ ਆਪਣੀ ਕੁਲ ਆਪ ਆਪਣੇ ਪੰਥ ਤੋਂ ਕੁਰਬਾਨ ਕਰਨੀ, ਆਪਣਾ ਪੰਥ ਖਾਲਸਾ ਜਿਹੜਾ ਹੈ ਇਹਦੇ ਤੋਂ ਕੁਰਬਾਨ ਕਰਨੀ ਹੈ। ਪੰਜ ਸਿੱਖ ਸਰਦਾਰ ਮਮ ਕੀਨੇ ਕੂਟ ਬਖਾਨ। ਮਹਾਰਾਜ ਜੀ ਕਹਿੰਦੇ ਮੇਰੇ ਜਿਹੜੇ ਪੰਜ ਸਿੱਖ ਨੇ, ਪੰਜ ਸਿੰਘ ਹੋਣਗੇ, ਉਹੀ ਸਰਦਾਰ ਹੋਣਗੇ ਪੰਥ ਦੇ। ਪੰਥ ਦਾ ਫੈਸਲਾ ਪੰਜ ਸਿੰਘ ਹੀ ਕਰਨਗੇ, ਪੰਜ ਜਿਹੜੇ ਸਿੰਘ ਹੋਣਗੇ, ਆਗੂ ਹੋਣਗੇ। ਔਰ ਇਹ ਬਚਨ ਮਹਾਰਾਜ ਜੀ ਕਹਿੰਦੇ ਇਹ ਬੁਝਾਰਤ ਕਹੀ ਹੈ। ਹਾਂਜੀ, ਇਨਕੋ ਅਰਥ ਨਾ ਬੂਝਿਓ ਮਮ ਹਮ ਸੁਤ ਕਾ ਆਨ। ਆਉਣ ਵਾਲੇ ਸਮੇਂ ਵਿੱਚ ਹੋਰ ਕੀ ਵਰਤਾਰਾ ਵਰਤਣਾ, ਕਿਉਂਕਿ ਮਹਾਰਾਜ ਜੀ ਨੇ ਕਿਹਾ ਅਸੀਂ ਆਪਣਾ ਸਰਬੰਸ ਵਾਰਨਾ। ਤੇ ਫਿਰ ਸਿੰਘਾਂ ਨੇ ਪੁੱਛਣਾ ਸੀ, ਮਹਾਰਾਜ ਸਾਹਿਬਜ਼ਾਦਿਆਂ ਨੂੰ ਵਾਰਨਾ, ਕਿਵੇਂ ਵਾਰਨਾ, ਕਿਵੇਂ ਹੋਵੇਗਾ? ਮਹਾਰਾਜ ਜੀ ਨੇ ਕਹਿ ਦਿੱਤਾ, ਕਹਿੰਦੇ ਭਾਈ ਇਹ ਬਚਨ ਅਗਲਾ ਨਹੀਂ, ਹੁਣ ਤੁਸੀਂ ਕੋਈ ਹੋਰ ਪੁੱਛਣਾ। ਕਿਉਂਕਿ ਜੇ ਪੁੱਛਦੇ ਮਹਾਰਾਜ ਜੀ ਨੇ ਦੱਸਣਾ ਪੈਣਾ ਸੀ ਵੀ ਕਿਵੇਂ ਵਾਰਨੇ ਨੇ। ਇਸ ਕਰਕੇ ਗੁਰਦੇਵ ਨੇ ਪਹਿਲਾਂ ਹੀ ਹਦਾਇਤ ਕਰ ਦਿੱਤੀ ਵੀ ਇਹਦੇ ਬਾਰੇ ਹੁਣ ਸਾਨੂੰ ਤੁਸੀਂ ਕੋਈ ਸਵਾਲ ਨਹੀਂ ਕਰਨਾ, ਇਹਦੇ ਬਾਰੇ ਤੁਸੀਂ ਹੁਣ ਸਾਨੂੰ ਕੁਝ ਨਹੀਂ ਪੁੱਛਣਾ। ਇਤਨੀ ਕਹਿ ਸ਼੍ਰੀ ਪ੍ਰਭ ਉਠੇ ਪਰਚੇ ਪਿਖਨ ਤੁਰੰਗ। ਇਹਨੇ ਬਚਨ ਬਿਲਾਸ ਕਰਕੇ ਸਿੰਘਾਂ ਨਾਲ ਕਲਗੀਆਂ ਵਾਲੇ ਪਾਤਸ਼ਾਹ ਜੀ ਮਹਾਰਾਜ ਜੀ ਉੱਥੋਂ ਉੱਠੇ, ਉੱਠ ਕੇ ਆਪਣੇ ਤਬੇਲੇ ਵਿੱਚ ਆਏ ਜਿੱਥੇ ਘੋੜੇ ਬੱਧੇ ਸਨ। ਆ ਕੇ ਮਹਾਰਾਜ ਜੀ ਘੋੜਿਆਂ ਨੂੰ ਵੇਖਣ ਲੱਗੇ, ਆਪ ਜਾ ਕੇ ਘੋੜੇ ਤੇ ਹੱਥ ਫੇਰਦੇ ਨੇ, ਆਪਣੇ ਸੋਹਣੇ ਘੋੜਿਆਂ ਨੂੰ ਨਿਹਾਰਦੇ ਨੇ। ਗਿਨੇ ਤਬੇਲੇ ਮੈਂ ਸਕਲ ਖੁਸ਼ੀ ਪਏ ਮੁਦ ਸੰਗ। ਤਬੇਲੇ ਦੇ ਵਿੱਚ ਜਿਹੜੇ ਘੋੜੇ ਨੇ ਉਹਨਾਂ ਦੀ ਗਿਣਤੀ ਕੀਤੀ, ਆਪਣੇ ਜਿਹੜੇ ਖਾਸ ਤਬੇਲੇ 'ਚ ਘੋੜੇ ਉਹ ਵੀ ਗਿਣੇ, ਜਿਹੜੇ ਸਿੰਘਾਂ ਦੇ ਘੋੜੇ ਨੇ ਕਿੰਨੇ ਨੇ ਉਹਨਾਂ ਦੀ ਗਿਣਤੀ ਕਰਾਈ ਅੱਜ ਮਹਾਰਾਜ ਜੀ ਨੇ, ਸਾਰੇ ਸਿੰਘਾਂ ਦੇ ਘੋੜਿਆਂ ਦੀ। ਤੇ ਜਦੋਂ ਘੋੜਿਆਂ ਦੀ ਗਿਣਤੀ ਕੀਤੀ ਬੜੇ ਖੁਸ਼ ਹੋਏ ਕਿ ਬੇਅੰਤ ਘੋੜੇ ਗੁਰੂ ਘਰ ਦੇ ਵਿੱਚ ਬੱਧੇ ਹਨ। ਪੁਨ ਸ਼੍ਰੀ ਗੁਰ ਲੰਗਰ ਗਾਏ ਛਕੈ ਛਕਾਏ ਪ੍ਰਸਾਦ। ਸਤਿਗੁਰੂ ਜੀ ਕਿਉਂਕਿ ਪਹਿਰ ਦਿਨ ਚੜ੍ਹਿਆ ਆ ਕੇ ਸਤਿਗੁਰੂ ਭੋਜਨ ਛਕਦੇ ਸਨ, ਲੰਗਰ ਵਿੱਚ ਆਏ, ਨਾਲੇ ਆਪ ਛਕਿਆ ਨਾਲੇ ਸਾਰੇ ਸਿੰਘਾਂ ਨੂੰ ਛਕਾਇਆ। ਲੇਟੇ ਪੁਨ ਪਰੇ ਅੰਕ ਪਰ ਸਿੰਘ ਤਰੇ ਐਲਾਦ। ਸਤਿਗੁਰੂ ਜੀ ਆਪਣੇ ਪਲੰਗੇ ਤੇ ਆਣ ਕੇ ਬਿਰਾਜੇ ਨੇ, ਸਾਰੇ ਸਿੰਘ ਬੜੇ ਖੁਸ਼ ਨੇ, ਬੜੇ ਪ੍ਰਸੰਨ ਹਨ। ਨਿਜ ਨਿਜ ਡੇਰੇ ਖਾਲਸਾ ਗਇਓ ਮਹਾ ਸੁਖ ਪਾਏ। ਸਾਰਾ ਖਾਲਸਾ ਆਪੋ ਆਪਣੇ ਡੇਰਿਆਂ ਤੇ ਬੜੇ ਸੁਖ ਸਹਿਤ ਪਹੁੰਚਿਆ, ਸੁਖ ਨਾਲ ਗਿਆ। ਕਵੀ ਸੰਤੋਖ ਸਿੰਘ ਬੰਦ ਨਾ ਕਰੀ ਗੁਰਨ ਕੇ ਪਾਏ। ਕਵੀ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਕਹਿੰਦੇ ਕਲਗੀਧਰ ਜੀ ਬਿਰਾਜੇ ਨੇ ਪਲੰਗੇ ਤੇ, ਮੈਨੂੰ ਉਹਨਾਂ ਦੇ ਚਰਨ ਦਿਸਦੇ ਹੈ ਬਿਰਾਜਿਆਂ ਦੇ, ਉਹ ਜਿਹੜੇ ਸੋਹਣੇ ਚਰਨ ਨੇ। ਭਾਈ ਸੰਤੋਖ ਸਿੰਘ ਜੀ ਕਹਿੰਦੇ ਮੈਂ ਉਹਨਾਂ ਦੇ ਉਹਨਾਂ ਸੁੰਦਰ ਚਰਨਾਂ ਤੇ ਨਮਸਕਾਰ ਕਰਦਾ। ਦਿਸ ਰਹੇ ਨੇ ਮੈਨੂੰ ਉਹ ਚਰਨ ਬਾਜਾਂ ਵਾਲੇ ਸੁਆਮੀ ਦੇ, ਉਹਨਾਂ ਸੋਹਣਿਆਂ ਚਰਨਾਂ ਦੇ ਉੱਤੇ ਮੈਂ ਸੀਸ ਝੁਕਾ ਕੇ ਮੱਥਾ ਟੇਕਦਾ ਹਾਂ। ਦੋਹਰਾ ਇੱਕ ਦਿਨ ਬੈਠੇ ਸਭਾ ਮੈਂ ਸ਼੍ਰੀ ਗੋਬਿੰਦ ਸਿੰਘ ਰਾਏ। ਇੱਕ ਦਿਨ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਪਣੀ ਭਰੀ ਸਭਾ ਵਿੱਚ ਸਿੱਖਾਂ ਨੂੰ ਦਰਸ਼ਨ ਦੇ ਰਹੇ ਨੇ।
ਥਿਰਿਓ ਖਾਲਸਾ ਚੌ ਦਿਸ਼ਨ ਯਥਾ ਕੁਬੇਰ ਸੁਹਾਏ। ਸਾਰਾ ਖਾਲਸਾ ਮਹਾਰਾਜ ਜੀ ਦੇ ਚਾਰੇ ਪਾਸੇ ਸੁਭਾਏਮਾਨ ਹੈ। ਵਿੱਚ ਮਹਾਰਾਜ ਜੀ ਇਸ ਤਰ੍ਹਾਂ ਸੋਭ ਰਹੇ ਨੇ ਜਿਵੇਂ ਕੋਈ ਧਨ ਦਾ ਦੇਵਤਾ ਕੁਬੇਰ ਸੋਭਦਾ ਨਾ। ਵੈਸੇ ਤਾਂ ਐਸੇ ਕਈ ਕੁਬੇਰ ਮਹਾਰਾਜ ਜੀ ਦੇ ਚਰਨਾਂ ਵਿੱਚ ਨੇ, ਪਰ ਉਦਾਹਰਣ ਹੈ। ਜਿਵੇਂ ਕਿ ਪਹਿਲਾਂ ਦੱਸਿਆ ਨਾ, ਸੋਭਾ ਕਰਨ ਲਈ ਉਦਾਹਰਣ ਹੁੰਦੀ, ਉਹਦੇ ਸਾਰੇ ਪੱਖ ਨਹੀਂ ਲਏ ਜਾਂਦੇ। ਹਾਂਜੀ। ਚੌਪਈ ਸਿੱਖਨ ਕੋ ਉਪਦੇਸ਼ ਬਤਾਵਤ। ਕਲਗੀਧਰ ਜੀ ਸਿੱਖਾਂ ਨੂੰ ਉਪਦੇਸ਼ ਦੇ ਰਹੇ ਨੇ, ਆਪਣੇ ਸਿੰਘਾਂ ਨੂੰ, ਪੰਥ ਨੂੰ ਉਪਦੇਸ਼ ਦੇ ਰਹੇ ਨੇ। ਜਿਨ ਤੇ ਜਨਮ ਮਰਨ ਛੁੱਟ ਜਾਵਤ। ਐਸਾ ਪਵਿੱਤਰ ਉਪਦੇਸ਼ ਦਿੰਦੇ ਨੇ ਆਪਣੇ ਸਿੰਘਾਂ ਨੂੰ ਜਿਸ ਨਾਲ ਸਿੱਖਾਂ ਦਾ ਜਨਮ ਤੇ ਮਰਨ ਕੱਟਿਆ ਜਾਂਦਾ ਹੈ। ਜਨਮ ਮਰਨ ਨਿਰਵਿਰਤ ਹੋ ਜਾਂਦਾ, ਸਤਿਗੁਰੂ ਜੰਮਣ ਮਰਨ ਕੱਟ ਦਿੰਦੇ ਹਨ। ਭਰਾਤਾ ਸਿੱਖੋ ਹਿਤ ਕੀ ਸੁਨੋ। ਮਹਾਰਾਜ ਜੀ ਕਹਿੰਦੇ, ਹੇ ਸਿੱਖੋ ਸੁਣੋ, ਹੇ ਭਾਈ ਸਿੱਖੋ ਤੁਹਾਡੇ ਹਿੱਤ ਦੀ ਸੁਣਾਉਂਦੇ ਹਾਂ। ਸਤਨਾਮ ਸਤਿਗੁਰ ਨਿਤ ਭਨੋ। ਸੱਚੇ ਨਾਮ ਦਾ ਜਾਪ ਨਿਤ ਭਨੋ। ਪਰਮੇਸ਼ਰ ਦਾ ਜਿਹੜਾ ਨਾਮ ਸਤ ਹੈ ਨਾ, ਉਹਦਾ ਨਿਤ ਭਜਨ ਕਰੋ। ਖਾਲਸਾ ਜੀ, ਪਰਮੇਸ਼ਰ ਦੇ ਇੱਕ ਕੀਰਤਮ ਨਾਮ ਹੁੰਦੇ ਨੇ, ਕੀਰਤਮ, ਜੋ ਉਸ ਦੀ ਕਿਰਤ ਨੂੰ ਵੇਖ ਕੇ ਕਹੇ ਜਾਂਦੇ ਆ। ਕੀਰਤਮ ਨਾਮ ਅਨੇਕਾਂ ਨੇ, ਪਰ ਜਿਹੜਾ ਸੱਚ ਨਾਮ ਹੈ ਨਾ, ਜਿਹੜਾ ਸदैਵੀ ਰਹਿੰਦਾ ਹੈ, ਕੀਰਤਮ ਨਾਮ ਕਿਰਤ ਮਿਟਦੀ ਹੈ ਤੇ ਉਹ ਕੀਰਤਮ ਨਾਮ ਵੀ ਮਿਟ ਜਾਂਦਾ ਹੈ, ਪਰ ਜਿਹੜਾ ਸਤ ਨਾਮ ਹੈ ਉਹ ਸदैਵੀ ਹੈ। ਸਤ ਨਾਮ ਤੇਰਾ ਪਰਾ ਪੂਰਬਲਾ, ਉਹ ਹਮੇਸ਼ਾ ਹੀ ਹੈ, ਉਹ ਨਹੀਂ ਕਦੇ ਬਿਨਸਦਾ। ਤੋ ਕੀਰਤਮ ਨਾਮ ਜਿਹੜੇ ਨੇ ਉਹ ਬਿਨਸ ਜਾਂਦੇ ਹਨ, ਪਰ ਹੈਣ ਉਹ ਵੀ ਪਰਮੇਸ਼ਰ ਦੇ ਹੀ, ਉਹਨਾਂ ਤੋਂ ਵੀ ਬਲਿਆਰ। ਪਰ ਅਸੀਂ ਉਹ ਨਾਮ ਜਪਣਾ ਜਿਹੜਾ ਸਤ ਹੈ, ਔਰ ਉਹ ਸਤਿਗੁਰਾਂ ਨੇ ਸਾਨੂੰ ਗੁਰਮੰਤਰ ਵਜੋਂ ਦਿੱਤਾ, ਸਤਨਾਮ ਸ੍ਰੀ ਵਾਹਿਗੁਰੂ। ਇਹ ਸਤ ਹੈ, ਇਹ ਸदैਵੀ ਹੈ। ਮਹਾਰਾਜ ਜੀ ਕਹਿੰਦੇ, ਗੁਰਸਿੱਖੋ ਵਾਹਿਗੁਰੂ ਪਰਮੇਸ਼ਰ ਦਾ ਜੋ ਸੱਚਾ ਨਾਮ ਹੈ, ਉਸ ਨੂੰ ਨਿਤ ਭਨੋ, ਨਿਤ ਉਚਾਰੋ। ਜਿਨ ਤੇ ਪਾਏ ਪਰਮ ਸੁਖ ਥਿਰੋ। ਜਿਸ ਤੋਂ ਤੁਹਾਨੂੰ ਪਰਮ ਸੁਖ ਦੀ ਪ੍ਰਾਪਤੀ ਹੋਵੇਗੀ, ਤੁਸੀਂ ਪਰਮ ਸੁਖ ਨੂੰ, ਪਰਮ ਆਨੰਦ ਨੂੰ ਪ੍ਰਾਪਤ ਹੋਵੋਗੇ। ਲੱਖ 84 ਜੂਨ ਨਾ ਫਿਰੋ। ਪਰਮੇਸ਼ਰ ਦੇ ਨਾਮ ਦੇ ਭਜਨ ਨਾਲ ਤੁਹਾਨੂੰ 84 ਲੱਖ ਜੂਨੀਆਂ ਦੇ ਗੇੜੇ ਵਿੱਚ ਨਹੀਂ ਭਟਕਣਾ ਪਵੇਗਾ। ਬੜੇ ਭਾਗ ਮਾਨੁਖ ਤਨ ਪਾਇਓ। ਬੜਿਆਂ ਵੱਡਿਆਂ ਭਾਗਾਂ ਕਰਕੇ ਮਨੁੱਖੀ ਸਰੀਰ ਮਿਲਿਆ। ਇਹ ਮਾਨਵੀ ਜਾਮਾ ਬੜੇ ਵੱਡਿਆਂ ਭਾਗਾਂ ਕਰਕੇ ਪ੍ਰਾਪਤ ਹੋਇਆ ਹੈ। ਹਾਨ ਲਾਭ ਜਿਸ ਮੈਂ ਦਰਸਾਇਓ। ਕੇਵਲ ਇੱਕ ਮਨੁੱਖੀ ਜਾਮਾ ਜਿਹਦੇ ਵਿੱਚ ਬੰਦਾ ਸਮਝ ਸਕਦਾ ਵੀ ਹਾਨੀ ਕਿਹਦੇ ਵਿੱਚ ਹੈ ਤੇ ਨੁਕਸਾਨ ਕਿਹਦੇ ਵਿੱਚ ਹੈ ਤੇ ਲਾਭ ਕਿਹਦੇ ਵਿੱਚ ਹੈ। ਜਾਨਵਰ ਨੂੰ ਨਹੀਂ ਪਤਾ, ਪਸ਼ੂ ਨੂੰ ਨਹੀਂ ਪਤਾ ਹੁੰਦਾ ਵੀ ਮੇਰੀ ਹਾਨੀ ਕਿਹਦੇ 'ਚ ਤੇ ਲਾਭ ਕਿਹਦੇ 'ਚ ਹੈ। ਕੇਵਲ ਇੱਕ ਮਨੁੱਖੀ ਸਰੀਰ ਹੀ ਐਸੀ ਪਰਮੇਸ਼ਰ ਨੇ ਮਾਨਵ ਜਾਤੀ ਨੂੰ, ਮਾਨਵ ਕੋਟੀ ਨੂੰ ਇਹ ਦਾਤ ਦਿੱਤੀ ਹੈ। ਇਹ ਆਪਣੇ ਨੁਕਸਾਨ ਬਾਰੇ ਔਰ ਆਪਣੇ ਨਫੇ ਬਾਰੇ ਵਿਚਾਰ ਸਕਦਾ ਹੈ। ਮਹਾਰਤਨ ਕੋ ਪਾਏ ਨਾ ਖੋਵੋ। ਇਹ ਬੜਾ ਕੀਮਤੀ ਰਤਨ ਹੈ। ਹੇ ਗੁਰਸਿੱਖੋ, ਇਸ ਰਤਨ ਨੂੰ ਪ੍ਰਾਪਤ ਕਰਕੇ ਕਿਤੇ ਗਵਾ ਨਾ ਲਿਓ, ਇਸ ਨੂੰ ਅਜਾਈ ਨਾ ਗਵਾ ਲਿਓ। ਰਹਿਨ ਸਥਿਰ ਨੈਣੀ ਕੇ ਜੋਵੋ। ਇਹ ਪੱਕੇ ਤੌਰ ਤੇ ਜਾਣ ਲਵੋ ਕਿ ਸੰਸਾਰ ਦੇ ਵਿੱਚ ਸदैਵੀ ਥਿਰ ਨਹੀਂ ਹਾਂ। ਇਸ ਦੁਨੀਆ ਰੂਪੀ ਮੇਲੇ ਨੂੰ ਇੱਕ ਦਿਨ ਅਲਵਿਦਾ ਕਹਿਣਾ ਪਏਗਾ। ਸਿਮਰਨ ਸ਼੍ਰੀ ਸਤਿਗੁਰ ਸਤਨਾਮੋ। ਵਾਹਿਗੁਰੂ ਪਰਮੇਸ਼ਰ ਦਾ ਸੱਚਾ ਨਾਮ, ਇਸ ਨੂੰ ਸਿਮਰੋ, ਇਸ ਨੂੰ ਆਰਾਧੋ, ਇਸ ਨੂੰ ਧਿਆਵੋ। ਲਾਹਾ ਨਰ ਤਨ ਕੋ ਅਬਿਰਾਮੋ। ਔਰ ਨਾਮ ਦਾ ਜਿਹੜਾ ਲਾਹਾ ਹੈ, ਇਹ ਲਾਹਾ ਆਪਣੇ ਜੀਵਨ ਵਿੱਚ ਪ੍ਰਾਪਤ ਕਰੋ। ਇਸ ਬਿਦ ਕਹਿਤ ਹੋਤੇ ਜੈ ਸਮੇਂ। ਇਸ ਪ੍ਰਕਾਰ ਜਿਹੜੇ ਬਚਨ ਸਤਿਗੁਰੂ ਜੀ ਕਹਿ ਰਹੇ ਸਨ, ਸਿੱਖਾਂ ਨੂੰ ਉਪਦੇਸ਼ ਦੇ ਰਹੇ ਸਨ। ਇੱਕ ਸਿੱਖਣੀ ਆਈ ਕੀਏ ਨਵੇਂ। ਇੰਨੇ ਨੂੰ ਇੱਕ ਸਿੱਖ ਬੀਬੀ
ਮਹਾਰਾਜ ਜੀ ਦੇ ਚਰਨਾਂ ਵਿੱਚ ਆਈ। ਸਤਿਗੁਰਾਂ ਦੇ ਚਰਨਾਂ ਵਿੱਚ ਬੜੇ ਸਨਿਮਰ ਭਾਵ ਨਾਲ ਉਹਨੇ ਨਮਸਕਾਰ ਕੀਤੀ। ਥਿਰ ਸਮੀਪ ਹੋਏ ਲਾਗੀ ਰੋਵਨ। ਸਤਿਗੁਰਾਂ ਦੇ ਕੋਲ ਖਲੋ ਕੇ ਰੋਣ ਲੱਗ ਪਈ। ਉਹ ਸਿੱਖ ਬੀਬੀ ਦੇ ਨੇਤਰਾਂ ਚੋਂ ਨੀਰ ਵਹਿਣ ਲੱਗਾ। ਅਸ਼ਰੂਪਾਤ ਤੇ ਵਸਤਰ ਭਿਗੋਵਨ। ਉਹਦੇ ਨੇਤਰਾਂ ਦੇ ਹੰਝੂਆਂ ਨਾਲ ਉਹਦੇ ਤਨ ਦੇ ਪਾਏ ਵਸਤਰ ਵੀ ਭਿੱਜ ਰਹੇ ਹਨ। ਚਿਹਰਾ ਉਹਦਾ ਸਾਰਾ ਨੇਤਰਾਂ ਦੇ ਜਲ ਨਾਲ ਭਿੱਜਾ ਹੋਇਆ, ਰੋ ਰਹੀ ਹੈ। ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਦੇ ਸਨਮੁਖ ਖੜੀ ਹੈ। ਸ਼੍ਰੀ ਮੁਖ ਤੇ ਤਬ ਬੂਜਨ ਕਰੀ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਉਸ ਸਿੱਖ ਬੀਬੀ ਨੂੰ ਪੁੱਛਦੇ ਨੇ, ਕਿਉਂ ਬਿਰਲਾਪਤ ਕਿਆ ਦੁੱਖ ਭਰੀ। ਮਹਾਰਾਜ ਜੀ ਕਹਿੰਦੇ, ਬੇਟਾ ਕਿਉਂ ਰੁਦਨ ਕਰਦੀ ਹੈ? ਵਿਰਲਾਪ ਕਰਨ ਦਾ ਕੀ ਕਾਰਨ ਹੈ? ਕਿਉਂ ਰੋਂਦੀ ਹੈ? ਏਦਾਂ ਮਹਾਰਾਜ ਜੀ ਨੇ ਜਦੋਂ ਪੁੱਛਿਆ, ਉਹਨੇ ਆਪਣੇ ਦੁੱਖ ਦਾ ਕਾਰਨ ਸਤਿਗੁਰਾਂ ਦੇ ਅੱਗੇ ਨਿਵੇਦਨ ਕੀਤਾ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਦਾ ਪਵਿੱਤਰ ਪਾਵਨ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਅਰਦਾਸ ਕਰਨੀ ਸਤਿਗੁਰੂ ਜੀ ਅੱਗੇ ਵਾਸਤੇ ਸਦ ਬੁੱਧੀ ਔਰ ਸਮਤ ਪ੍ਰਦਾਨ ਕਰਨ। ਵਾਹਿਗੁਰੂ 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 ਵਾਹਿਗੁਰੂ। ਪ੍ਰਬੰਧਕਾਂ ਨੂੰ ਕਹਿ ਦਿੱਤਾ ਉਹਨਾਂ ਨੇ ਜਾਇਜ਼ ਦੇਤੀ। ਵਾਹਿਗੁਰੂ 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 ਵਾਹਿਗੁਰੂ। हे अच्युत हे पार ब्रह्म हे पूरन हे सर्वमय हे संगी हे निरंकार हे गोबिंद हे गुण निधान हे अपरंपर हर हरे हे संतह कै सदा संग हे ठाकुर हूँ दासरो मैं निर्गुण गुण नहीं कोई नानक दीजै नाम दान कोई है परोए आए प्रभ शरणागति कृपा निध दयाल एक अखर हर मन बस्त नानक होत निहाल गुरु नाम जहाज है चढ़े सो तेरे पार जो शरदा कर से बंदे गुर पारे उतार निहार वाहिगुरु नाम जहाज है चढ़े सो तेरे पार जो शरदा कर से बंदे गुर पारे उतार निहार। वाहिगुरु जी का खालसा वाहिगुरु जी की फतेह। साध संगत जी बेनती है ਕਿ ਪਟਿਆਲਾ ਸ਼ਹਿਰ ਦੇ ਕੁਝ ਪਤਵੰਤੇ ਸੱਜਣ ਮਹਾਰਾਜ ਜੀ ਦੇ ਚਰਨਾਂ ਵਿੱਚ ਸੰਗਤ ਦੇ ਚਰਨਾਂ ਵਿੱਚ ਬੇਨਤੀ ਕਰਨ ਵਾਸਤੇ ਹਾਜ਼ਰ ਹੋਏ ਨੇ। ਬੇਨਤੀ ਇਹ ਹੈ ਕਿ ਨੌਵੇਂ ਪਾਤਸ਼ਾਹ ਜੀ ਦੀ ਇਹ ਪਵਿੱਤਰ ਨਗਰੀ ਹੈ, ਮਹਾਰਾਜ ਜੀ ਦੇ ਬਚਨਾਂ ਨਾਲ ਵਸੀ ਹੈ। ਸ਼ਹਿਰ ਦੇ ਵਿੱਚ ਜੋ ਸਾਫ਼ ਸਫਾਈ ਦੇ ਪ੍ਰਬੰਧ ਵਾਸਤੇ ਬੇਨਤੀਆਂ ਕੀਤੀਆਂ ਜਾ ਰਹੀਆਂ ਨੇ, ਉਹਦੇ ਸੰਬੰਧ ਵਿੱਚ ਵੀ ਅੱਜ ਇਹ ਬੇਨਤੀ ਕੀਤੀ ਜਾ ਰਹੀ ਹੈ ਵੀ ਸ਼ਹਿਰ ਦੇ ਵਿੱਚ ਜਿਹੜਾ ਗਿੱਲਾ ਕੂੜਾ ਘਰਾਂ ਦੇ ਵਿੱਚ ਹੁੰਦਾ ਜਾਂ ਸੁੱਕਾ ਕੂੜਾ ਹੁੰਦਾ ਹੈ, ਉਹ ਵੱਖੋ ਵੱਖਰੇ ਡਸਟਬਿਨ ਲਾ ਕੇ ਉਹਨਾਂ ਵਿੱਚ ਪਾਇਆ ਜਾਵੇ ਤਾਂ ਜੋ ਅੱਗੇ ਜਿਹੜੇ ਸਫਾਈ ਕਰਮਚਾਰੀ ਨੇ ਉਸ ਨੂੰ ਸਹੀ ਢੰਗ ਦੇ ਨਾਲ ਉਹ ਇਕੱਠਾ ਕਰਕੇ ਕਿਸੇ ਡੰਪ ਦੇ ਵਿੱਚ ਲਿਜਾ ਸਕਣ। ਉਹ ਸਫਾਈ ਅਭਿਆਨ ਜਿਹੜਾ ਹੈ ਉਹ ਸ਼ਹਿਰ ਦੇ ਵਿੱਚ ਚੱਲ ਰਿਹਾ ਹੈ। ਇਹ ਬੇਨਤੀ ਸ਼ਹਿਰ ਦੇ ਜਿਹੜੇ ਪਤਵੰਤੇ ਸੱਜਣ ਆਏ ਨੇ ਤੇ ਮੇਅਰ ਜੀ ਆਏ ਨੇ, ਉਹ ਬੇਨਤੀ ਕਰਨ ਆਏ ਨੇ, ਆਪ ਜੀ ਨੇ ਇਹ ਬੇਨਤੀ ਸਵੀਕਾਰ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ